ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਮਨੀ ਸਾਹਿਬ ਅਸ਼ਟਪਦੀ ਨੌਵੀਂ ਪਾਠ ਦੂਜਾ। ਪਹਿਲੇ ਪਾਠ 'ਚ ਆਪਾਂ ਸਲੋਕ ਤੇ ਇੱਕ ਪਦਾ ਵਿਚਾਰਿਆ ਸੀਗਾ ਭਾਈ। ਭਗਤ ਕਬੀਰ ਦਾ ਸਲੋਕ ਵੀ ਆਪਾਂ ਲਿਆ ਸੀ ਵੀ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆਵੇ ਸਤਿਗੁਰ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ। ਜਿਹੜੇ ਅਸੀਂ ਮੰਨੀ ਬੈਠੇ ਹਾਂ ਧਰਮ ਕਰਮ, ਉਹ ਸਾਰੇ ਸਰੀਰ ਕਰਕੇ ਆ। ਬਾਣੀ ਆਤਮਾ ਕਰਕੇ ਸਾਨੂੰ ਗਿਆਨ ਕਰਾਉਂਦੀ ਹੈ। ਆਤਮਾ ਨੂੰ ਸ਼ੁੱਧ ਕਰਨਾ, ਸ਼ੁੱਧ ਆਤਮਾ ਹੀ ਪ੍ਰਾਤਮਾ 'ਚ ਲੀਨ ਹੋ ਸਕਦੀ ਹੈ। ਪਰ ਅਸੀਂ ਤਾਂ ਸਿੱਧਾ ਹੀ ਪਰਮੇਸ਼ਰ ਨੂੰ ਭਾਲਦੇ ਹਾਂ, ਕਦੇ ਵੀ ਨਹੀਂ ਹੋ ਸਕਦਾ। ਐਡੀ ਸਾਡੀ ਬੁੱਧ ਵੱਲ ਕਿੱਥੇ, ਸਾਨੂੰ ਤਾਂ ਬਾਣੀ ਨਹੀਂ ਸਮਝ ਆਉਂਦੀ। ਅਸੀਂ ਆਪਣੀ ਬੁੱਧ ਨਾਲ ਭਾਈ ਇਹਨੂੰ ਅਰਥਾ ਰਹੇ ਹਾਂ, ਅਸੀਂ ਉਹ ਕਿਰਾਏ ਪੈ ਜਾਂਦੇ ਹਾਂ। ਇਹ ਕਿਸ ਅਵਸਥਾ 'ਚ ਅਰਥਾਈ ਜਾਂਦੀ ਆਪਾਂ ਇਹਨੂੰ ਅੱਜ ਵਿਚਾਰੀਏ। ਰਹਿ ਰਸ ਆਪਾਂ ਰੋਜ਼ ਪੜ੍ਹਦੇ ਹਾਂ। ਗੁਰਸਾਖੀ ਜੋਤ ਪ੍ਰਗਟ ਹੋਏ। ਗੁਰਸਾਖੀ ਤੋਂ ਭਾਵ ਗੁਰੂ ਦੀ ਸਿੱਖਿਆ ਬਾਣੀ ਸੁਣਦੇ ਵਿਚਾਰਦੇ ਰਹਿਣਾ, ਇਹ 'ਚੋਂ ਗਿਆਨ ਪੈਦਾ ਹੁੰਦਾ। ਉਹ ਗਿਆਨ ਜਿਹੜਾ ਪੈਦਾ ਹੁੰਦਾ ਵਾ, ਉਹਦੇ ਨਾਲ ਸਾਡਾ ਮੋਹ ਦਾ ਜਾਲ ਕੱਟਿਆ ਜਾਂਦਾ ਵਾ। ਜਿਹੜਾ ਸਾਨੂੰ ਮੋਹ ਮਾਇਆ ਦਾ ਨਸ਼ਾ ਚੜ੍ਹਿਆ ਹੋਇਆ ਨਾ, ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੇ। ਸੰਸਾਰੀ ਰਾਜ ਪਾਟ, ਉੱਚੇ ਉੱਚੇ ਰੁਤਬੇ, ਸੰਸਾਰੀ ਵਡਿਆਈਆਂ, ਉਹ ਸਾਨੂੰ ਜਿਹੜਾ ਮੋਹ ਦਾ ਨਸ਼ਾ ਚੜ੍ਹਿਆ, ਬਾਣੀ ਉਹੀ ਤਾਂ ਲਾਉਂਦੀ ਆ ਭਾਈ। ਉਹੀ ਤਾਂ ਕਾਲ ਆ ਆਪਣਾ। ਉਹ ਤੋਂ ਆਪਾਂ ਬਚਾਅ ਕਰਨਾ ਵਾ। ਕਿਵੇਂ ਬਚਾਅ ਹੋਊਗਾ? ਜੇ ਆਪਾਂ ਬਾਣੀ ਨੂੰ ਸਤ ਕਰਕੇ ਮੰਨਾਂਗੇ, 'ਚੋਂ ਗਿਆਨ ਪੈਦਾ ਹੋਊਗਾ। ਕੋਈ ਸਤਿਗੁਰ ਸਮਝਾਉਂਦੇ ਨੇ ਆਪਾਂ ਨੂੰ, ਦੋ ਹੀ ਪੱਖ ਸਮਝਾਉਂਦੇ ਨੇ, ਇਹਨਾਂ ਦੀ ਆਪਾਂ ਵਿਚਾਰ ਕਰਨੀ ਹੈ। ਪਹਿਲਾਂ ਸਵਾਲ ਹੁੰਦਾ ਹੈ, ਫਿਰ ਇਹਦਾ ਜਵਾਬ ਹੁੰਦਾ ਹੈ। ਜਵਾਬ ਜਿਹੜਾ ਉਹ ਸਾਰ ਵਾ, ਉਹਦੇ ਆਪਾਂ ਅਮਲ ਕਰਨਾ, ਉਹਦੀ ਪ੍ਰਾਪਤੀ ਕਰਨੀ ਹੈ। ਇਹ ਦਰਗਾਹ ਦਾ ਕਾਨੂੰਨ ਕਹਿ ਲਈਏ ਆਪਾਂ। ਜਿਵੇਂ ਸੰਸਾਰੀ ਆਪਾਂ ਸੰਸਾਰ 'ਚ ਰਹਿੰਦੇ ਹਾਂ, ਇਹ ਵੀ ਕਾਨੂੰਨ ਨੇ। ਇੱਥੇ ਅਸੀਂ ਬੁਰਾਈਆਂ ਕਰਦੇ ਹਾਂ, ਉਹ ਵੀ ਸਾਨੂੰ ਸਜ਼ਾ ਮਿਲਦੀ ਹੈ। ਇਹ ਦਰਗਾਹ ਦਾ ਕਾਨੂੰਨ ਹੈ, ਜਿੱਥੋਂ ਆਤਮਾ ਟੁੱਟ ਕੇ ਆਈ ਆ। ਇਹ ਆਪਾਂ ਗੁਰ ਕੀ ਮੱਤ ਲੈਣੀ ਆ, ਇਹਦੀ ਪ੍ਰਾਪਤੀ ਕਰਨੀ ਹੈ, ਤਾਂ ਆਪਾਂ ਨੂੰ ਉੱਥੇ ਜਗ੍ਹਾ ਮਿਲਣੀ ਹੈ। ਉੱਥੇ ਨਾਮ ਨਾਲ ਐਂਟਰੀ ਹੈ। ਜਦ ਤੱਕ ਮਨ ਮਾਇਆ ਤੋਂ ਮੁਕਤ ਨਹੀਂ ਹੁੰਦਾ, ਇਹਨੂੰ ਐਂਟਰੀ ਨਹੀਂ ਮਿਲਦੀ। ਜੈ ਪੰਥ ਤੇਰਾ ਕੋਰਨ ਸਿਆਣੂ, ਹਰ ਕਾ ਨਾਮ ਤੇ ਨਾਲ ਪਛਾਣੂ। ਹਰ ਨਾਮ ਨਾਲ ਉੱਥੇ ਆਪਾਂ ਨੂੰ ਐਂਟਰੀ ਹੈ। ਹਰ ਨਾਮ ਦੀ ਪ੍ਰਾਪਤੀ ਖਾਤਰ ਆਪਾਂ ਨੂੰ ਇਹ ਮਨੁੱਖਾ ਦੇਹੀ ਮਿਲੀ ਹੈ। ਪਰ ਆਪਾਂ ਸਰੀਰ ਕਰਕੇ ਸਾਰੇ ਜਿਹੜੇ ਧਰਮ ਕਰਮ ਕਰਦੇ ਹਾਂ, ਉਹ ਸਰੀਰ ਕਰਕੇ ਆਪਦੇ ਆਪ ਨੂੰ ਪੂਰਨ ਮੰਨੀ ਬੈਠੇ ਹਾਂ। ਉਹੀ ਅਗਿਆਨਤਾ, ਉਹੀ ਭਰਮ ਹੈ ਭਾਈ, ਉਹੀ ਕਾਲ ਹੈ। ਉਹ ਭਰਮ ਕਿਵੇਂ ਜਾਊ? ਗੁਰ ਪ੍ਰਸਾਦ ਭਰਮ ਕਾ ਨਾਸ, ਕਿਰਪਾ ਰਹਿਮਤ ਕੁਦਰਤ ਦੀ। ਜਦੋਂ ਸਾਨੂੰ ਗਿਆਨ ਪੈਦਾ ਹੁੰਦਾ, ਸਾਡਾ ਭਰਮ ਚੱਲਿਆ ਜਾਂਦਾ ਹੈ। ਗਿਆਨ ਤੋਂ ਬਿਨਾਂ ਸਾਡਾ ਮਨ ਵਿਰੋਧ ਕਰਦਾ ਰਹਿੰਦਾ। ਗਿਆਨ ਤੋਂ ਬਿਨਾਂ ਅਸੀਂ ਅੰਨੇ ਹਾਂ। ਸੁਣ ਅੰਧਾ ਕੈਸੇ ਮਾਰਗ ਪਾਵੇ, ਸੁਣਨੀ ਆ ਬਾਣੀ ਪਾਈ। ਆਇਆ ਸੁਣ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲਗ ਲਾਲਚ, ਬਿਰਥਾ ਜਨਮ ਪ੍ਰਾਣੀ। ਇਹ ਜੀਵਤ ਹੈ, ਸਾਰਾ ਜੀਵਨ ਐਵੇਂ ਕੱਢ ਲਿਆ। ਇਹ ਸੁਣ ਕੇ ਪੜ੍ਹਨੀ ਹੈ, ਗੁਰੂ ਤੋਂ ਪੜ੍ਹਨੀ ਹੈ। ਸਾਡੀ ਬਨਬੁੱਧੀ ਦਾ ਵਿਸ਼ਾ ਨਹੀਂ ਜੋ ਅਸੀਂ ਅਰਥਾ ਰਹੇ ਹਾਂ, ਤਾਂ ਅਸੀਂ ਕਿਰਾਏ ਪੈ ਜਾਂਦੇ ਹਾਂ। ਇੱਥੋਂ ਦੂਆ ਪਦਾ ਸ਼ੁਰੂ ਹੁੰਦਾ। ਆਪਾਂ ਵਿਚਾਰੀਏ ਸਤਿਗੁਰ ਕੀ ਸਮਝਾਉਣਾ ਚਾਹੁੰਦੇ। ਵੈਸਨੋ ਸੋ ਜਿਸ ਉੱਪਰ ਸੁਪ੍ਰਸੰਨ, ਬਿਸਨ ਕੀ ਮਾਇਆ ਤੇ ਹੋਈ ਪਿੰਨ। ਹੁਣ ਅਸੀਂ ਵੈਸ ਨੂੰ ਸਰੀਰ ਕਰਕੇ ਹੋ ਜਾਂਦੇ ਹਾਂ। ਇਹ ਮੱਤਾਂ ਨੇ ਭਾਈ। ਯੋਗ ਮੱਤ ਹੈ, ਯੋਗੀਆਂ ਦੀ ਮੱਤ ਹੈ। ਸਿਵਪੰਥੀ ਨੇ, ਉਹ ਬ੍ਰਹਮ ਦੇ ਧਾਰਨੀ ਨੇ। ਕਿੰਨੀਆਂ ਮੱਤਾਂ ਨੇ, ਆਪਾਂ ਗਿਣਾਂਗੇ। ਉਹ ਆਪਦੇ ਆਪ ਨੂੰ ਵੈਸ਼ਨੂੰ ਮੰਨਦੇ ਨੇ। ਉਹ ਸਰੀਰ ਦੀ ਖੁਰਾਕ ਤੋਂ ਆਪਦੇ ਆਪ ਨੂੰ ਵੈਸ਼ਨੂੰ ਮੰਨਦੇ ਨੇ। ਆਹ ਨਹੀਂ ਖਾਣਾ, ਅੰਡਾ ਨਹੀਂ ਖਾਣਾ, ਸ਼ਰਾਬ ਨਹੀਂ ਪੀਣੀ। ਇਹ ਸਾਰਾ ਕੁਛ ਤਾਂ ਕੁਦਰਤ ਨੇ ਬਣਾਇਆ। ਜੈਸਾ ਕਿਸੇ ਦਾ ਸੁਭਾਅ ਆ, ਉਹ ਜਿਹਾ ਉਹਨੂੰ ਚੰਗਾ ਲੱਗਦਾ, ਉਹਦੀ ਖਾਤਰ ਬਣਾਇਆ। ਕੁਦਰਤ ਸਰਵ ਪਿਆਰ, ਉਹ ਸਾਰਿਆਂ ਨੂੰ ਹੀ ਪ੍ਰੇਮ ਕਰਦਾ। ਤਈਆਂ ਤਾਂ ਸਾਰਿਆਂ ਨੂੰ ਦੇਈ ਜਾਂਦਾ ਵਾ। ਸਾਰੇ ਉਹਦੀ ਕਿਰਪਾ ਰਹਿਮਤ 'ਤੇ ਖੜ੍ਹੇ, ਪਰ ਸਾਨੂੰ ਗਿਆਨ ਨਹੀਂ ਹੈਗਾ। ਸਰੀਰ ਕਰਕੇ ਅਸੀਂ ਸਾਰੇ ਧਰਮ ਕਰਮ ਕਰਦੇ ਹਾਂ, ਵੈਸ਼ਨੂੰ ਹੋ ਜਾਂਦੇ ਹਾਂ ਅਸੀਂ। ਪਰ ਸਤਿਗੁਰ ਕੀ ਸਮਝਾਉਂਦੇ ਆ? ਵੈਸ਼ਨੂੰ ਕੌਣ? ਵੈਸ਼ਨੂੰ ਸੋ ਜਿਸ ਉੱਪਰ ਸੋ ਪ੍ਰਸੰਨ, ਬਿਸਨ ਕੀ ਮਾਇਆ ਤੇ ਹੋਏ ਪਿੰਨ। ਇਹ ਮਾਇਆ ਸੰਸਾਰ, ਵਿਸ਼ਨ ਦੀ ਮਾਇਆ, ਇਹ ਤੋਂ ਜਦੋਂ ਭਿੰਨ ਹੋ ਜਾਂਦੀ ਹੈ ਆਤਮਾ, ਭਿੰਨ ਕਿਵੇਂ ਹੋ ਜਾਂਦੀ ਹੈ? ਅਲੱਗ ਕਿਵੇਂ ਹੋ ਜਾਂਦੀ ਹੈ? ਇੱਛਾ ਤੋਂ ਜਦੋਂ ਮੁਕਤ ਅਸੀਂ ਹੋ ਜਾਂਦੇ ਹਾਂ, ਉਹਨੂੰ ਭਿੰਨ ਕਹਿੰਦੇ ਆ। ਸ਼ਬਦ ਮਰੇ ਫੁਨ ਜੀਵੇ, ਫਿਰ ਬਹੁਰ ਨ ਮਰਨਾ ਹੋਈ। ਉਹ ਗੁਰਸਿੱਖ ਜਿਉਂਦੇ ਹੀ ਮੁਕਤੀ ਪ੍ਰਾਪਤ ਕਰ ਲੈਂਦੇ ਨੇ। ਸਰੀਰ 'ਚ ਰਹਿੰਦੇ ਹੋਏ ਆਪਦੇ ਘਰ ਪਹੁੰਚ ਜਾਂਦੇ ਨੇ। ਉਹਨੂੰ ਬਾਣੀ ਵਿੱਚ ਦੇਵਲੋਕ ਕਿਹਾ, ਦਸਵਾਂ ਦੁਆਰ ਵੀ ਕਿਹਾ, ਜਿੱਥੇ ਆਪਣੀ ਭਗਤੀ ਸ਼ੁਰੂ ਹੋਣੀ ਹੈ ਜਾ ਕੇ। ਪਰ ਅਸੀਂ ਤਾਂ ਸਰੀਰ ਨਾਲ ਜੁੜੇ ਹੋਣ ਕਰਕੇ ਵੈਸ਼ਨੂੰ ਆਪਦੇ ਆਪ ਨੂੰ ਮੰਨੀ ਬੈਠੇ ਹਾਂ। ਉਹ 'ਚੋਂ ਕੀ ਮਿਲਦਾ ਸਾਨੂੰ? ਗਿਆਨ ਤਾਂ ਹੁੰਦਾ ਨਹੀਂ, ਹੰਕਾਰ ਹੋ ਜਾਂਦਾ। ਵੈਸ਼ਨੂੰ ਸੋ ਜਿਸ ਉੱਪਰ ਸੋ ਪ੍ਰਸੰਨ, ਕੁਦਰਤ ਫੇਰ ਹੀ ਹੁਕਮ ਪ੍ਰਸੰਨ ਹੁੰਦਾ ਹੈ।
ਜਦੋਂ ਮਾਇਆ ਤੋਂ ਅਸੀਂ ਰਹਿਤ ਹੋ ਜਾਂਦੇ ਹਾਂ, ਉਹਨੂੰ ਪ੍ਰੇਮ ਕਰਦੇ ਹਾਂ, ਉਹਦੇ ਭਾਣੇ 'ਚ ਰਹਿੰਦੇ ਹਾਂ। ਵਿਸਨ ਕੀ ਮਾਇਆ ਤੇ ਹੋਏ ਪਿੰਨ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਕਰਮ ਕਰਤ ਹੋਵੇ ਨਿਹ ਕਰਮ, ਤਿਸ ਵੈਸਨੂ ਕਾ ਨਿਰਮਲ ਧਰਮ। ਉਹ ਧਰਮੀ ਹੁੰਦਾ ਹੈ, ਨਿਰਮਲ ਹੁੰਦਾ ਹੈ, ਭਾਵ ਉਹਦੇ ਅੰਦਰ ਮੈਲ ਨਹੀਂ ਹੁੰਦੀ। ਉਹ ਵੈਸਨੂ ਆ, ਜਿੰਨੇ ਵੀ ਕਰਮ ਉਹ ਕਰਦਾ ਹੈ ਸੰਸਾਰ ਦੇ ਵਿੱਚ, ਜੋ ਵੀ ਹੁੰਦਾ ਉਹਨੂੰ ਹੁਕਮ ਨੂੰ ਸਿਰ ਮੱਥੇ ਮੰਨਦਾ। ਕਿਉਂਕਿ ਆਪਾਂ ਜੋ ਸ਼ਲੋਕ ਵਿਚਾਰਿਆ, ਉਹ ਧਾਰੇ ਜੋ ਅੰਤਰ ਨਾਮ, ਜਿਨ੍ਹਾਂ ਨੇ ਨਾਮ ਨਾਲ ਆਪਦੇ ਆਪ ਨੂੰ ਬੰਨ੍ਹ ਲਿਆ, ਜੁੜ ਗਏ, ਉਹੀ ਤਾਂ ਨੇਹ ਕਰਮ ਆਪਦੇ ਆਪ ਨੂੰ ਸਮਝਦੇ ਨੇ ਸਾਰਾ ਕੁਛ ਭਾਣੇ ਵਿੱਚ ਹੋ ਰਿਹਾ ਵਾ। ਉਹ ਵੈਸਨੂ ਆ। ਪਰ ਅਸੀਂ ਸਰੀਰ ਕਰਕੇ ਭੁਲੇਖਾ ਖਾ ਜਾਂਦੇ ਹਾਂ, ਸਰੀਰ ਦੀ ਖੁਰਾਕ ਕਰਕੇ ਭੁਲੇਖਾ ਖਾ ਜਾਂਦੇ ਹਾਂ। ਉਹ ਤੋਂ ਉੱਪਰ ਉੱਠਣਾ ਆਪਾਂ ਅੱਗੇ ਸਤਿਗੁਰ ਕੀ ਸਮਝਾਉਂਦੇ? ਕਾਹੂ ਫਲ ਕੀ ਇੱਛਾ ਨਹੀਂ ਵਾਸੇ, ਕੇਵਲ ਭਗਤੀ ਕਹਿ ਲਈਏ ਆਪਾਂ, ਕੀਰਤਨ ਸੰਕਰਾਚੀ। ਕੀਰਤਨ ਹੁੰਦਾ, ਕਿਰਤੀ, ਇਹ ਭਗਤੀ ਕਰਨੀ, ਉਹਦਾ ਜਸ ਕਰਨਾ ਹੈ। ਪਰ ਜਸ ਦੇ ਵਿੱਚ ਸਾਡੇ ਅੰਦਰ ਇੱਛਾ ਨਾ ਹੋਵੇ। ਪਰ ਮਨ ਤਾਂ ਇੱਛਾ ਤੋਂ ਬਿਨਾਂ ਕੰਮ ਹੀ ਨਹੀਂ ਕਰਦਾ, ਕੋਈ ਸਵਾਰਥੀ ਹੈ ਮਨ ਤਾਂ ਜੇਬ 'ਚੋਂ ਕੋਈ ਚੀਜ਼ ਕੱਢ ਕੇ ਕਿਸੇ ਨੂੰ ਦੇਣ ਲੱਗੇ, ਕੱਢਦਾ ਬਦਲ ਜਾਂਦਾ ਵਾ। ਪਰ ਜਦ ਤੱਕ ਮਨ ਹੈ, ਇੱਛਾ ਹੈ, ਇਹ ਭਗਤੀ ਨਹੀਂ ਹੋ ਸਕਦੀ। ਇਹੀ ਤਾਂ ਤਿਆਗ ਕਰਨਾ ਭਾਈ, ਇਹੀ ਤਾਂ ਭਗਤੀ ਹੈ, ਇੱਛਾ ਦਾ ਤਿਆਗ ਕਰਨਾ। ਉਹੀ ਸਤਿਗੁਰ ਸਮਝਾਉਂਦੇ ਨੇ, ਕਾਹੂ ਫਲ ਕੀ ਇੱਛਾ ਨਹੀਂ ਵਾਸੇ, ਕੇਵਲ ਭਗਤ ਕੀਰਤਨ ਸੰਕਰਾਚੀ। ਉਹਦਾ ਜਸ ਕਰਦਾ ਰਹੇ, ਉਹਦੇ ਦਰਸ਼ਨਾਂ ਦੀ ਭੁੱਖ ਰਹੇ, ਉਹ ਵੈਸ਼ਨੂ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਮਨ ਤਨ ਅੰਤਰ ਸਿਮਰਨ ਗੋਪਾਲ, ਸਭ ਉੱਪਰ ਹੋਵਤ ਕਿਰਪਾਲ। ਸਾਰਿਆਂ 'ਤੇ ਇੱਕੋ ਜਿਹਾ ਵਿਹਾਰ ਕਰੇ, ਸਾਰਿਆਂ ਨੂੰ ਇੱਕੋ ਜਿਹਾ ਸਮਝੇ, ਸਮਦ੍ਰਿਸ਼ਟੀ ਸਮਝੇ। ਉਹ ਵੈਸ਼ਨੂ ਦੇ ਅੰਦਰ ਕਿਵੇਂ ਹੋਵੇ, ਉਹਦੇ ਅੰਦਰ ਕੀ ਵਿਚਾਰ ਚੱਲਦੀ ਹੋਵੇ, ਉਹਦੇ ਮਨ ਦੇ ਅੰਦਰ ਤਨ। ਆਹ ਸਰੀਰ ਨਹੀਂ, ਇਹ ਸਰੀਰ ਬਾਹਰਲਾ ਵਾ, ਉਹ ਦੇਹੀ ਗੁਪਤ ਹੈ, ਉਹਦਾ ਦਰਸ਼ਨ ਕਰਨਾ ਆਪਾਂ, ਉਹਨੂੰ ਤਾਂ ਖੋਜਣਾ ਵਾ। ਇਸ ਮਨ ਕੋ ਕੋਈ ਖੋਜੋ ਭਾਈ। ਤਨ ਛੁੱਟੇ ਮਨ ਕਹਾਂ ਸਮਾਈ, ਕਿੱਥੇ ਚਲੇ ਜਾਂਦਾ? ਸਾਰੀ ਕਾਗਜ਼ਾਂ 'ਚ ਲਿਖਿਆ ਜਾਂਦਾ ਬੰਦੇ ਦੀ ਮ੍ਰਿਤੂ ਹੋ ਗਈ, ਪਰ ਬਾਣੀ ਨਹੀਂ ਮੰਨਦੀ ਹੈਗੀ। ਬਾਣੀ ਕੀ ਸਮਝਾਉਂਦੀ ਆ ਆਪਾਂ ਨੂੰ? ਨਾ ਕਿਸ ਜਨਮੇ ਨਾ ਕਿਸ ਮਰੇ, ਆਪਣ ਚਲਤਾ ਆਪ ਹੀ ਕਰੇ। ਲੱਭੋ ਭਾਈ ਕਿੱਥੇ ਚਲਿਆ ਗਿਆ। ਆਤਮਾ ਕਦੇ ਮਰਦੇ ਨਹੀਂ, ਮੰਨਦੇ ਵੀ ਹਾਂ, ਫਿਰ ਵੀ ਅਸੀਂ ਸੰਸਾਰੀ ਜੀਵ ਆ, ਸਾਨੂੰ ਗਿਆਨ ਨਹੀਂ ਹੁੰਦਾ, ਅਸੀਂ ਕੁਛ ਵੀ ਕਹਿ ਦਿੰਦੇ ਹਾਂ। ਸਤਿਗੁਰ ਸਮਝਾਉਂਦੇ ਆ, ਮਨ ਤਨ ਅੰਤਰ ਸਿਮਰਨ ਗੋਪਾਲ। ਉਹਦੇ ਅੰਦਰ ਹਿਰਦੇ 'ਚ ਉਹ ਗੋਪਾਲ ਦੀ ਸੋਝੀ ਸਿਮਰਨ ਚੱਲਦਾ ਰਹੇ, ਸਾਰਿਆਂ ਨੂੰ ਉਹ ਸਮਝਾਉਂਦਾ ਰਹੇ, ਸਾਰਿਆਂ 'ਤੇ ਕਿਰਪਾ ਕਰਦਾ ਰਹੇ। ਜਿਵੇਂ ਉਹ 'ਤੇ ਕਿਰਪਾ ਹੋਈ ਆ, ਦੂਜਿਆਂ ਨੂੰ ਸਮਝਾਵੇ। ਉਹ ਆਪ ਦ੍ਰਿੜੇ ਅਵਰੇ ਨਾਮ ਜਪਾਵੇ। ਪਹਿਲਾਂ ਤਾਂ ਆਪ ਦ੍ਰਿੜ ਕਰੇ, ਉਹ ਵੈਸ਼ਨੂ ਹੈ ਭਾਈ। ਵਿਕਾਰਾਂ ਤੋਂ ਰਹਿਤ ਜਿਹੜਾ ਹੋ ਜਾਂਦਾ, ਮਾਇਆ ਪਾਰ ਕਰ ਜਾਂਦਾ। ਮਾਇਆ ਆਪਦੀ ਮਤ ਨਾਲ ਅਸੀਂ ਪਾਰ ਨਹੀਂ ਕਰ ਸਕਦੇ। ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਜਿਹੜਾ ਆਤਮਾ ਦਾ ਪ੍ਰੀਤਮ ਹੈ, ਹਰ ਆਪਾਂ ਰੋਜ਼ ਰਹਿਰਾਸ ਵੀ ਪੜ੍ਹਦੇ ਹਾਂ, ਸਤਿਗੁਰ ਸੱਜਣ ਮਿਲਿਆ। ਉਹ ਸਤਿਗੁਰ ਦੀ ਪ੍ਰਾਪਤੀ ਕਿਵੇਂ ਹੋਊਗੀ? ਮਾਇਆ ਪਾਰ ਕਰਕੇ। ਉਹ ਮਾਇਆ ਤੋਂ ਪਰੇ ਹੈ। ਸਤਿਗੁਰ ਮੇਰਾ ਸਦਾ ਸਦਾ, ਉਹ ਆਵੇ ਨਾ ਜਾਈ, ਉਹ ਵਿਨਾਸੀ ਪੁਰਖ ਹੈ, ਸਭ ਮੇਰੇ ਹਾਸ ਬਣਾਈ। ਉਹ ਤਾਂ ਜੰਮਣ ਮਰਨ 'ਚ ਨਹੀਂ ਆਉਂਦਾ, ਫਿਰ ਵੀ ਸਤਿਗੁਰ ਅਸੀਂ ਸਰੀਰ ਕਰਕੇ ਬਣ ਜਾਂਦੇ। ਉਹੀ ਸਾਰੇ ਬਾਣੀ ਭਰਮ ਕੱਢਦੀ ਆ ਆਪਣੇ। ਮੇਰਾ ਭਰਮ ਗਿਆ ਪਉ ਭਾਗਾ, ਤਬ ਰਾਮ ਨਾਮ ਚਿਤ ਲਾਗਾ। ਭਗਤ ਕਬੀਰ ਜੀ ਕਹਿੰਦੇ ਨੇ, ਜਦ ਤੱਕ ਭਰਮ ਨਹੀਂ ਜਾਂਦਾ, ਅਗਿਆਨਤਾ ਨਹੀਂ ਜਾਂਦੀ, ਹਨੇਰਾ ਸਾਡੇ ਅੰਦਰੋਂ ਨਹੀਂ ਜਾਂਦਾ। ਉਹਦੀ ਖਾਤਰ ਸਾਨੂੰ ਹਨੇਰੇ ਖਾਤਰ ਕੀ ਚਾਹੀਦਾ? ਗੁਰਬਾਣੀ ਜਗ ਮੇ ਚਾਨਣ, ਕਰਮ ਬਸੇ ਮਨ ਆਏ। ਕਿਰਪਾ ਨਾਲ ਮਨ 'ਚ ਬਸਦੀ ਹੈ। ਬਲਿਹਾਰੀ ਗੁਰ ਆਪਣੇ, ਦੁਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਗੁਰ ਸ਼ਬਦ ਦਾ ਗਿਆਨ ਇਹੋ ਜਿਹਾ ਮਨੁੱਖ ਨੂੰ, ਕਿੰਨਾ ਵੀ ਬੁਰਾਈਆਂ ਵਾਲਾ ਹੋਵੇ, ਉਹਨੂੰ ਦੇਵਤਾ ਬਣਾ ਦਿੰਦਾ। ਉਹੀ ਸਤਿਗੁਰ ਸਮਝਾਉਂਦੇ ਨੇ, ਉਹੀ ਵੈਸ਼ਨੂ ਹੈ। ਆਤਮਾ ਨੂੰ ਸ਼ੁੱਧ ਕਰਨਾ ਹੈ, ਅਸੀਂ ਸਰੀਰ ਨੂੰ ਸ਼ੁੱਧ ਕਰੀ ਜਾਂਦੇ ਹਾਂ। ਜਿੰਨੇ ਧਰਮ ਕਰਮ ਸਾਰੇ ਸਰੀਰ ਕਰਕੇ। ਉਹ 'ਚੋਂ ਕੀ ਮਿਲਿਆ? ਤੀਰਥ ਵਰਤ ਔਰ ਦਾਨ ਕਰ, ਮਨ ਮੇ ਤਰੇ ਗੁਮਾਨ, ਸਭ ਨਿਫਲ ਜਾਤ ਹੈ ਜੋ ਕੁੰਚਰ ਸਨਾਨ। ਹੰਕਾਰ ਪੈਦਾ ਹੋ ਜਾਂਦਾ ਵਾ। ਇੱਥੇ ਸਤਿਗੁਰ ਸਮਝਾਉਂਦੇ ਨੇ, ਕੌਣ ਆ ਵੈਸ਼ਨੂ? ਆਪ ਦ੍ਰਿੜੇ ਅਵਰੇ ਨਾਮ ਜਪਾਵੇ। ਪਾਠ ਦੀ ਗੱਲ ਨਹੀਂ ਹੈਗੀ ਇੱਥੇ ਨਾਮ ਬਾਰੇ ਸਮਝਾਉਣ ਦੀ ਗੱਲ ਹੈ। ਪਹਿਲਾਂ ਤਾਂ ਆਪ ਨਾਮ ਨੂੰ ਦ੍ਰਿੜ ਕਰੇ। ਨਾਮ ਹੈ ਕੀ ਹੈ? ਨਾਮ ਹੁਕਮ ਹੈ ਭਾਈ। ਨਾਮੇ ਉਤਪਤ ਨਾਮੇ ਹੀ ਪਰਲੋ। ਨਾਮ ਸ਼ਕਤੀ ਹੈ, ਉਹਦੇ ਨਾਲ ਸ੍ਰਿਸ਼ਟੀ ਪੈਦਾ ਹੁੰਦੀ ਹੈ। ਲੱਖਾਂ ਹੀ ਜੀਵ ਸਾਹ ਲੈਂਦੇ ਆ, ਲੱਖਾਂ ਹੀ ਜੀਵ ਸਾਹ ਬੰਦ ਕਰ ਦਿੰਦੇ ਨੇ। ਕਿਹਦੇ ਨਾਲ? ਹੁਕਮ ਨਾਲ। ਕੌਣ ਬੰਦ ਕਰਦਾ? ਜਿਹੜੀ ਹੁਕਮ 'ਤੇ ਖੜ੍ਹਾ ਹੈ ਅੰਦਰ। ਆਪ ਦ੍ਰਿੜੇ ਅਵਰੇ ਨਾਮ ਜਪਾਵੇ, ਨਾਨਕ ਉਹ ਵੈਸ਼ਨੂ ਪਰਮ ਗਤ ਪਾਵੇ। ਉਹ ਵੈਸ਼ਨੂ ਆ, ਪਰਮ ਗਤੀ ਨੂੰ ਪ੍ਰਾਪਤ ਹੋ ਜਾਂਦਾ ਹੈ। ਪਰਮ ਗਤੀ ਕੀ ਹੁੰਦੀ? ਮਾਇਆ ਤੋਂ ਪਾਰ ਆਪਦੇ ਮੂਲ ਸਮਾ ਜਾਂਦਾ, ਭਾਵ ਹੁਕਮ ਦਾ ਦਰਸ਼ਨ ਕਰ ਲੈਂਦਾ। ਉਹਨੂੰ ਬਾਣੀ ਵੈਸ਼ਨੂ ਕਹਿੰਦੀ ਹੈ। ਪਰ ਆਪਾਂ ਵੈਸ਼ਨੂ ਬਾਦ ਵਿਵਾਦ 'ਚ ਫਸੇ ਰਹਿੰਦੇ ਹਾਂ ਸਰੀਰ ਕਰਕੇ। ਸਾਰੇ ਧਰਮ ਆਪਦੇ ਆਪ ਨੂੰ ਪੂਰਨ ਮੰਨਦੇ ਨੇ। ਇੱਥੇ ਵੈਸ਼ਨੂ ਬਾਰੇ ਆਪਾਂ ਨੂੰ ਸਮਝਾਇਆ ਦੋ ਹੀ ਪੱਖ ਸਤਿਗੁਰ ਨੇ।
ਹੁਣ ਆਪਾਂ ਅੱਗੇ ਲੈਂਦੇ ਹਾਂ। ਹੁਣ ਭਗੌਤੀ ਆ ਗਿਆ, ਕੰਨਾਂ 'ਚ ਮੁੰਦਰਾਂ ਪਾ ਲੈਂਦੇ ਨੇ, ਸਰੀਰ ਕਰਕੇ ਭੇਖ ਕਰ ਲੈਂਦੇ ਨੇ। ਸਰੀਰ ਦੇ ਭੇਖ ਤੋਂ ਉੱਪਰ ਉੱਠਣਾ ਆਪਾਂ, ਉਹੀ ਤਾਂ ਬਾਣੀ ਕੱਟ ਰਹੀ ਹੈ। ਪਰ ਸਾਨੂੰ ਗਿਆਨ ਨਾ ਹੋਣ ਕਰਕੇ ਸਰੀਰ ਨਾਲ ਜੁੜੇ ਰਹਿ ਜਾਂਦੇ ਹਾਂ। ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚਿਓ ਆਣ ਜਾਨੂੰ ਭਾਈ ਸਮਾਂ ਆ ਜਾਂਦਾ। ਕਾਲ, ਜਿਵੇਂ ਬੱਚੇ ਸਕੂਲਾਂ 'ਚ, ਵੱਡੇ ਬੱਚੇ ਕਾਲਜਾਂ 'ਚ ਪੇਪਰ ਦਿੰਦੇ ਆ, ਉਹਨਾਂ ਦਾ ਸਮਾਂ ਹੁੰਦਾ ਵਾ। ਉਹ ਜੇ ਨਹੀਂ ਵੀ ਲਿਖਣਗੇ ਪੇਪਰ, ਉਹਨਾਂ ਨੇ ਸਮੇਂ ਸਿਰ ਫੜ ਲੈਣਾ ਵਾ, ਪੇਪਰ ਉਹਨਾਂ ਤੋਂ ਲੈਣਾ, ਉਹ 'ਚ ਵਾਚਿਆ ਜਾਣਾ ਵਾ ਉਹਦਾ ਜੀਵਨ ਬਾਰੇ, ਉਹਨੇ ਕੀ ਲਿਖਿਆ ਵਾ, ਕਿੰਨੀ ਪੜ੍ਹਾਈ ਕੀਤੀ। ਇਵੇਂ ਸਾਡਾ ਜੀਵਨ ਹੈ, ਅਸੀਂ ਕੀ ਕਮਾਈ ਕੀਤੀ ਹੈ, ਸਾਡੀ ਮਨ ਬੁੱਧੀ ਨੇ ਕੀ ਕਮਾਈ ਕੀਤੀ ਹੈ, ਇੱਥੇ ਆ ਕੇ ਕੀ ਕਰਨ ਆਈ ਸੀ। ਇਵੇਂ ਸਾਡਾ ਸਮਾਂ ਨਿਕਲ ਜਾਂਦਾ ਵਾ। ਜੇ ਅਸੀਂ ਨਹੀਂ ਇਹ ਪ੍ਰਾਪਤੀ ਕਰਾਂਗੇ, ਫਿਰ ਸਾਨੂੰ ਕਿਹੜਾ ਕਾਲ ਛੱਡ ਦੂਗਾ ਭਾਈ। ਭਗੌਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੇ ਦੁਸ਼ਟ ਕਾ ਸੰਗ। ਦੁਸ਼ਟ ਕੀ ਬਕਾਰ, ਹਮਰੇ ਦੁਸ਼ਟ ਸਭੇ ਤੁਮ ਘਾਵੋ, ਆਪ ਹਾਥ ਦੇ ਮੋਹੇ ਬਚਾਵੋ। ਦੁਸ਼ਟਾਂ ਤੋਂ ਆਪਾਂ ਕਿਵੇਂ ਛੁਟਕਾਰਾ ਪਾ ਲਾਂਗੇ? ਆਪਾਂ ਤਾਂ ਪ੍ਰੇਮ ਕਰਦੇ ਹਾਂ, ਦੁਸ਼ਟਾਂ ਨਾਲ ਪਿਆਰ, ਉਹ ਸਾਡਾ ਤਾਂ ਪ੍ਰੇਮ ਹੈ ਬਕਾਰਾਂ ਨਾਲ। ਇਹੀ ਤਾਂ ਭਗਤੀ ਹੈ, ਇਹੀ ਤਾਂ ਅਰਦਾਸ ਕਰਨੀ ਹੈ ਆਪਾਂ ਉਹਦੇ ਵੀ, ਸਾਡਾ ਖਹਿੜਾ ਛੁਡਾ। ਚੌਪਈ ਸਾਹਿਬ ਸਤਿਗੁਰ ਆਪਾਂ ਨੂੰ ਸਮਝਾਉਂਦੇ ਆ, ਹਮਰੇ ਦੁਸ਼ਟ ਸਭੇ ਤੁਮ ਘਾਵੋ, ਆਪ ਹਾਥ ਦੇ ਮੋਹੇ ਬਚਾਵੋ। ਸਤਿਗੁਰ ਸਮਝਾਉਂਦੇ, ਅਸੀਂ ਆਪਦੀ ਮੱਤ ਨਾਲ ਨਹੀਂ ਬਚ ਸਕਦੇ, ਤੂੰ ਹੱਥ ਦੇ ਕੇ ਗਿਆਨ ਦਾ ਦੇ, ਸਾਨੂੰ ਬਚਾ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਮਨ ਤੇ ਵਿੰਸੇ ਸਗਲਾ ਭਰਮ, ਕਰ ਪੂਜੇ ਸਗਲ ਪਾਰ ਬ੍ਰਹਮ। ਅਸੀਂ ਬਾਹਰ ਪੂਜਾ ਕਰਦੇ ਹਾਂ, ਸਰੀਰ ਕਰਕੇ, ਹੱਥਾਂ ਪੈਰਾਂ ਦਾ ਵਿਸ਼ਾ ਨਹੀਂ ਹੈਗਾ ਪੂਜਾ। ਮਨ, ਬਾਣੀ ਕਰ ਕਿਹਨੂੰ ਕਹਿੰਦੀ ਹੈ? ਮਨ। ਇਹ ਨਿਰਾਕਾਰੀ ਨਾਮ ਨੇ। ਚਰਨ ਕੀ ਹੈ? ਗੁਣ ਨੇ ਆਤਮਾ ਦੇ, ਜਿਹੜੇ ਆਪਾਂ ਪ੍ਰਾਪਤ ਕਰਨੇ, ਉਹ ਚਰਨ ਗੁਣ ਹੋਣਗੇ ਫੇਰ ਹੀ ਆਪਦੇ ਘਰ ਨੂੰ ਜਾਊਗੀ। ਨਿਰਭਉ ਨਿਰਵੈਰ, ਕਾਲ ਤੋਂ ਮੁਕਤ, ਅਜੂਨੀ, ਇਹ ਗੁਣ ਆਪਣੇ ਗਲ ਗਏ ਨੇ। ਹੁਣ ਇਹ ਗੁਣਾਂ ਦੀ ਪ੍ਰਾਪਤੀ ਖਾਤਰ ਤਾਂ ਆਪਾਂ ਨੂੰ ਮਨੁੱਖਾ ਦੇ ਹੀ ਮਿਲੀ ਹੈ। ਹਰ ਬਿਸਰ ਤੇਰੇ ਗੁਣ ਗਲਿਆ, ਹਰ ਬਿਸਰ ਸਦਾ ਖੁਆਰੀ। ਹਰ ਬਿਸਰ ਗਿਆ ਸਾਡੇ ਮੂਲ ਤੋਂ, ਅਸੀਂ ਆਪਣੇ ਮੂਲ ਨੂੰ ਵਿਛੜੇ। ਹੁਣ ਸਾਡੀ ਖੁਆਰੀ ਸ਼ੁਰੂ ਆ। ਖੁਆਰੀ ਸਾਨੂੰ ਕਿਵੇਂ ਪਤਾ ਲੱਗੂ? ਸੱਚ ਦੇ ਗਿਆਨ ਨਾਲ। ਸੱਚ ਦਾ ਗਿਆਨ ਕਿੱਥੋਂ ਮਿਲੂ? ਬਾਣੀ ਨੂੰ ਸੁਣਾ ਵਿਚਾਰਾਂਗੇ, 'ਚੋਂ ਗਿਆਨ ਪੈਦਾ ਹੋਊਗਾ। ਉਹੀ ਸਤਿਗੁਰ ਸਮਝਾਉਂਦੇ ਨੇ, ਮਨ ਤੇ ਵਿੰਸੇ ਸਗਲਾ ਭਰਮ, ਟੋਟਲ ਭਰਮ ਖਤਮ ਹੋ ਜਾਵੇ, ਮਾਇਆ ਪਾਰ ਹੋ ਜਾਵੇ, ਉਹਦੀ ਕਿਰਪਾ ਰਹਿਮਤ ਹੋ ਜੇ। ਕਰ ਪੂਜੇ, ਮਨ ਦੇ ਨਾਲ ਉਹਦੀ ਪੂਜਾ ਭਾਵ ਉਹਦਾ ਜਸ ਕਰੇ। ਸਗਲ ਪਾਰ ਬ੍ਰਹਮ, ਜਿਹੜਾ ਸਰਬ ਵਿਆਪੀ ਸ਼ਕਤੀ ਹੁਕਮ ਨਾਮ ਹੈ, ਉਹਦਾ ਜਸ ਕਰੇ। ਸਾਧ ਸੰਗ ਪਾਪਾਂ ਵੱਲ ਖੋਵੇ, ਤਿਸ ਭਗੌਤੀ ਕੀ ਮਤ ਉੱਤਮ ਹੋਵੇ। ਸਾਧ ਸੰਗ ਭਾਵ ਸ਼ਬਦ ਦੀ ਸੰਗਤ ਕਰਨੀ ਹੈ, ਮਨ ਨੂੰ ਸਾਧਨਾ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਈ। ਅਸੀਂ ਸਰੀਰ ਕਰਕੇ ਸਾਧ ਬਣ ਜਾਂਦੇ ਹਾਂ, ਭੇਖ ਕਰਕੇ ਸਾਧ ਬਣ ਜਾਂਦੇ ਹਾਂ। ਇੱਥੇ ਬਾਣੀ ਮਨ ਕਰਕੇ ਕਹਿੰਦੀ ਹੈ, ਮਨ ਨੂੰ ਸਾਧਨਾ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਈ। ਜਦੋਂ ਤੱਕ ਮਨ ਨੂੰ ਨਹੀਂ ਸਾਧਦੀ ਬੁੱਧੀ, ਆਪਦੇ ਸੰਗੀ ਨੂੰ ਆਪਦੇ ਘਰ ਨਹੀਂ ਜਾ ਸਕਦੀ ਹੈਗੀ। ਉਹੀ ਸਤਿਗੁਰ ਸਮਝਾਉਂਦੇ ਨੇ, ਤਿਸ ਭਗੌਤੀ ਕੀ ਮਤ ਉੱਤਮ ਹੋਵੇ। ਭਗਵੰਤ ਕੀ ਟਹਿਲ ਕਰੇ ਨਿਤ ਨੀਤ, ਮਨ ਤਨ ਅਰਪੇ ਬਿਸਨ ਪ੍ਰੀਤ। ਭਗਵੰਤ ਉਹਦੇ ਗੁਣ ਗਾਵੇ, ਆਪਦੇ ਮੂਲ ਹਰ ਦੇ ਗੁਣ ਗਾਵੇ। ਪਹਿਲਾਂ ਤਾਂ ਉਹਦੀ ਪ੍ਰਾਪਤੀ ਕਰੇ, ਰੋਜ਼ ਉਹਦੇ ਗੁਣ ਗਾਉਣੇ। ਸਾਹ ਸਾਹ ਸਿਮਰੋ ਗੋਬਿੰਦ। ਮਨ ਤਨ ਅਰਪੇ ਭਾਵ ਕਲਪਨਾ ਖਤਮ, ਮਨ ਬੁੱਧੀ ਉਹਦੇ ਅੱਗੇ ਸਿਲੰਡਰ ਕਰ ਦੇਣੇ, ਆਪਦਾ ਤਿਆਗ ਕਰ ਦੇਣਾ। ਫਿਰ ਉਹਦੇ ਨਾਲ ਪ੍ਰੀਤੀ ਪੈਂਦੀ ਹੈ। ਪਰ ਮਨ ਛੇਤੀ ਨਹੀਂ ਮੰਨਦਾ। ਗਿਆਨ ਨਾਲ ਮਨ ਮੰਨ ਜਾਂਦਾ। ਗਿਆਨ ਕਾ ਵੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਵੇ। ਗੁਰ ਸ਼ਬਦ ਤੋਂ ਬਿਨਾਂ ਗਿਆਨ ਨਹੀਂ ਹੁੰਦਾ, ਗਿਆਨ ਤੋਂ ਬਿਨਾਂ ਮਨ ਨਹੀਂ ਟਿਕਦਾ, ਮੰਨਦਾ ਨਹੀਂ। ਭਗਤ ਕਬੀਰ ਜੀ ਸਮਝਾਉਂਦੇ ਆ, ਕਬੀਰ ਮਨ ਸਮਝਾਵਣ ਕਾਰਨੇ ਕਛੂ ਪੜ੍ਹੀਏ ਗਿਆਨ। ਐ ਨਹੀਂ ਮਨ ਸਮਝਦਾ, ਇਹਨੂੰ ਸਮਝਾਉਣਾ ਪੈਂਦਾ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਹਰ ਕੇ ਚਰਨ ਹਿਰਦੇ ਵਸਾਵੇ, ਨਾਨਕ ਐਸਾ ਭਗੌਤੀ ਭਗਵੰਤ ਕੋ ਪਾਵੇ। ਉਹ ਭਗਵੰਤ ਨੂੰ ਉਹ ਭਗੌਤੀ ਪਾਉਂਦਾ ਹੈ। ਪ੍ਰਥਮ ਭਗੌਤੀ ਸਿਮਰ ਕੇ, ਬਾਣੀ ਹੈ ਭਗੌਤੀ ਭਾਈ। ਗੁਰੂ ਨਾਨਕ ਲਈ ਧਿਆਏ, ਫਿਰ ਧਿਆਨ ਲੱਗਣਾ ਆਪਣਾ। ਸਤਿਗੁਰ ਸਮਝਾਉਂਦੇ ਨੇ, ਸਭ ਤੋਂ ਪਹਿਲਾਂ ਕੀ ਸਿਮਰਨਾ ਆਪਾਂ? ਗੁਰਬਾਣੀ ਇਹ ਭਗੌਤੀ ਹੈ। ਹਰ ਕੇ ਚਰਨ ਨੇ ਬਾਣੀ, ਇਹ ਗੁਰ ਸ਼ਬਦ ਦਾ ਗਿਆਨ ਹੈ। ਹਰ ਕੇ ਚਰਨ ਨੇ, ਇਹ ਹਿਰਦੇ 'ਚ ਵਸਾਉਣੇ ਕਿਹਦੇ? ਮਨ ਦੇ ਅੰਦਰ। ਐਸਾ ਭਗੌਤੀ ਹੁੰਦਾ। ਪਰ ਅਸੀਂ ਸਰੀਰ ਕਰਕੇ ਭਗੌਤੀ ਬਣ ਜਾਂਦੇ। ਮੁੰਦਰਾ ਮਨ ਮੋਇਆ, ਸਰੀਰ ਕਰਕੇ ਭੇਖ ਦੇ ਵਿੱਚ ਸਾਡਾ ਹੰਕਾਰ ਵੱਧਦਾ ਚਲੇ ਜਾਂਦਾ। ਲੋਕ ਸਾਨੂੰ ਮੰਨਣ ਲੱਗ ਜਾਂਦੇ ਨੇ, ਸੰਸਾਰੀ ਲੋਕ ਸਾਤੋਂ ਦੇਖ ਕੇ ਭੇਖ ਤੋਂ ਪ੍ਰਭਾਵਿਤ ਹੋ ਜਾਂਦੇ ਨੇ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ, ਸੋ ਪੰਡਿਤ ਜੋ ਮਨ ਪ੍ਰਬੋਧੇ, ਰਾਮ ਨਾਮ ਆਤਮ ਮੈਂ ਸੋਧੇ। ਪੰਡਿਤ ਨੂੰ ਬੁਰਾ ਤਾਂ ਨਹੀਂ ਕਹਿੰਦੇ, ਉਹ ਬੁਰਾਈ ਨੂੰ ਬੁਰਾ ਕਹਿੰਦੀ ਹੈ ਬਾਣੀ। ਉਹ ਪੰਡਿਤ ਹੈ ਜਿਹਨੇ ਮਨ ਨੂੰ ਪ੍ਰਬੋਧ ਲਿਆ, ਰਾਮ ਨਾਮ ਦਾ ਗਿਆਨ, ਆਤਮ ਮਨ ਨੂੰ ਸੋਧ ਲਿਆ, ਜਿਹਨੇ ਮਨ ਨੂੰ ਸ਼ੁੱਧ ਕਰ ਲਿਆ। ਰਾਮ ਨਾਮ ਸਾਰ ਰਸ ਪੀਵੇ, ਉਸ ਪੰਡਿਤ ਕੇ ਉਪਦੇਸ਼ ਜਗ ਜੀਵੇ। ਰਾਮ ਨਾਮ ਦਾ ਜਿਹੜਾ ਸਾਰ ਗਿਆਨ ਹੈ,
रस है, हर रस है, राम रस वो पींदा रहे और माया तो मुक्त रहे, माया तो अलिप्त रहे। ऐसा कोई पंडित होवे ਉਹਦੇ ਉਪਦੇਸ਼ ਨਾਲ ਮੁਕਤੀ ਮਿਲ ਸਕਦੀ ਹੈ, ਸਤਿਗੁਰੂ ਸਮਝਾਉਂਦੇ ਨੇ। ਐਸਾ ਪੰਡਿਤ ਨਹੀਂ ਵੀ ਸੰਸਾਰੀ ਗੱਲਾਂ ਸੁਣਾਵੇ, ਆਹ ਕਰੇ ਤੇ ਸਮਗਰੀ ਦੀ ਭੇਟਾ ਕਰੇ ਤੇ ਆਹ ਪੁੰਨ ਕਰੇ ਤੇ ਆਹ ਕੁਛ ਹੋਊਗਾ। ਨਹੀਂ ਭਾਈ, ਅੱਗੇ ਆ ਗਿਆ, ਹਰ ਕੀ ਕਥਾ ਹਿਰਦੇ ਵਸਾਵੇ, ਸੋ ਪੰਡਿਤ ਫਿਰ ਜੋਨ ਨਾ। ਹਰੀ ਦੀ ਕਥਾ ਸੁਣਾਵੇ, ਬਾਣੀ ਹਰ ਕਥਾ ਹੈ ਭਾਈ। ਸਭ ਤੋਂ ਉੱਤਮ ਹਰ ਕੀ ਕਥਾ ਅੱਗੇ ਆਪਾਂ ਨੂੰ ਆ ਜਾਣਾ। ਨਾਮ ਸੁਣਤ ਦਰ ਦੁੱਖ ਲਤਾ, ਨਾਮ ਨੂੰ ਸੁਣਦੇ ਸਮਝਦੇ ਤਾਂ ਸੰਸਾਰੀ ਦੁੱਖਾਂ ਦਾ ਪਤਾ ਹੀ ਨਹੀਂ ਲੱਗ ਸਕਦਾ, ਕਿੱਧਰ ਚਲੇ ਜਾਂਦੇ ਨੇ। ਆਪਾਂ ਰਹਿ ਰਾਸ ਵੀ ਰੋਜ਼ ਪੜ੍ਹਦੇ ਹਾਂ। ਸਾਚੇ ਨਾਮ ਕੀ ਲਾਗੇ ਭੂਖ, ਉਹ ਭੁੱਖੇ ਖਾਏ ਚਲੀਏ। ਦੇਖੋ ਭੁੱਖ ਦੇ ਵਿੱਚ ਨਾਮ ਦੀ ਦੁੱਖਾਂ ਦਾ ਪਤਾ ਹੀ ਨਹੀਂ ਲੱਗਦਾ। ਕੋਈ ਸਤਿਗੁਰ ਸਮਝਾਉਂਦੇ ਨੇ, ਹਰ ਕੀ ਕਥਾ ਹਿਰਦੇ ਵਸਾਵੇ, ਪਰ ਉਹਦੇ ਪੰਡਤ ਦੇ ਅੰਦਰ ਹਰੀ ਦੀ ਕਥਾ ਹੋਵੇ, ਹਰੀ ਦੀ ਕਥਾ ਸੁਣਾਵੇ, ਹਰ ਆਪਦੇ ਮੂਲ ਬਾਰੇ ਸਮਝਾਵੇ। ਐਸਾ ਪੰਡਤ ਫਿਰ ਜੋਨ 'ਚ ਨਹੀਂ ਆਉਂਦਾ, ਉਹਦਾ ਜੰਮਣ ਮਰਨ ਕੱਟਿਆ ਜਾਂਦਾ ਵਾ। ਪਰ ਅਸੀਂ ਪੰਡਤ ਸਰੀਰ ਕਰਕੇ ਹੋ ਜਾਂਦੇ ਹਾਂ, ਭੇਖ ਕਰਕੇ ਹੋ ਜਾਂਦੇ ਹਾਂ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਵੇਦ ਪੁਰਾਣ ਸਿਮਰਤ ਬੂਝੇ ਮੂਲ, ਸੂਖਮ ਮੈਂ ਜਾਣੇ ਸਤੂਲ। ਸੂਖਮ ਹੈ ਭਾਈ ਇਹ ਗਿਆਨ, ਖੰਨਿਓ ਤਿੱਖੀ ਵਾਲੋਂ ਨਿੱਖੀ, ਇਹ ਤਾਂ ਮਾਰਗ ਜਾਣਾ ਬਹੁਤ ਸੂਖਮ ਮਾਰਗ ਹੈ। ਇਹਨੂੰ ਬਹੁਤ ਬਰੀਕੀ ਨਾਲ ਇਹਨੂੰ ਸਮਝਣਾ। ਆਪਾਂ ਥੋੜ੍ਹਾ ਵੀ ਭੁਲੇਖਾ ਪੈ ਗਿਆ, ਬਹੁਤ ਬੁਰੀ ਖੱਟ ਜਾ ਡਿਗਾਂਗੇ ਅਸੀਂ, ਫਿਰ ਸਾਨੂੰ ਜੰਮਣ ਮਰਨ ਨੂੰ ਜਾਣਾ ਪਊਗਾ। ਵੇਦ ਭਾਵਗਰਾ ਗਿਆਨ, ਪੁਰਾਣੇ ਸਿਮਰਤਾਂ ਸ਼ਾਸਤਰਾਂ ਦਾ ਗਿਆਨ ਨੂੰ ਸਮਝੀ, ਉਹਦਾ ਮੂਲ। ਸੂਖਮ ਮੇ ਜਾਣੇ ਸਥੂਲ, ਉਹ ਸ਼ਕਤੀ ਨੂੰ ਜਾਣੇ ਸੂਖਮ ਦੇ ਵਿੱਚ। ਚੌਂ ਵਰਨਾ ਕੋ ਦੇ ਉਪਦੇਸ਼, ਪਰ ਉਹ ਤਾਂ ਕਹਿੰਦਾ ਸੀ ਗਰੀਬ ਜਾਤੀ ਨਾਮ ਹੀ ਨਹੀਂ ਜਪ ਸਕਦੀ, ਸੂਦਰ ਨਾਮ ਨਹੀਂ ਜਪ ਸਕਦੇ। ਉਹਨੇ ਇੱਕ ਵਰਨ ਬਣਾਤਾ ਵੀ ਇਹ ਵਰਨ ਸੂਦਰ ਜਿਹੜੇ ਹੈਗੇ ਨਾਮ ਹੀ ਨਹੀਂ ਜਪ ਸਕਦੇ। ਸਤਿਗੁਰੂ ਮਨਾ ਕਰਦੇ ਆ ਇੱਥੇ ਭਾਈ, ਚੌਂ ਵਰਨਾ ਕੋ ਦੇ ਉਪਦੇਸ਼, ਸਾਰਿਆਂ ਨੂੰ ਇੱਕੋ ਜਿਹਾ ਉਪਦੇਸ਼ ਹੈ ਬਾਣੀ। ਨਾਨਕ ਉਸ ਪੰਡਤ ਕੋ ਸਦਾ ਆਦੇਸ਼। ਅਸੀਂ ਵੀ ਉਹਨੂੰ ਨਮਸਕਾਰ ਕਰਦੇ ਹਾਂ, ਸਤਿਗੁਰ ਕਹਿੰਦੇ, ਪਰ ਐਸਾ ਪੰਡਤ ਹੋਵੇ ਚਾਰੇ ਵਰਨ ਨੂੰ ਸਮਦ੍ਰਿਸ਼ਟੀ ਸਾਂਝਾ ਉਪਦੇਸ਼ ਦੇਵੇ। ਪਹਿਲਾਂ ਸੀਗੇ ਸਮਦ੍ਰਿਸ਼ਟੀ ਵਾਲੇ ਬ੍ਰਾਹਮਣ ਬ੍ਰਹਮ ਗਿਆਨੀ, ਜਿਹੜੇ ਸਾਰੇ ਜਗਤ ਨੂੰ ਬ੍ਰਹਮ ਗਿਆਨ ਦਿੰਦੇ ਸੀ। ਜਦ ਤੱਕ ਉਹ ਦਿੰਦੇ ਰਹੇ, ਲੋਕ ਇੱਜ਼ਤ ਵੀ ਕਰਦੇ ਸੀ। ਅੱਜ ਦੇਖ ਲਓ ਕੀ ਹਾਲ ਹੈ। ਇਵੇਂ ਸਾਡੇ ਸਿੱਖਾਂ ਦਾ ਵੀ ਇਹੀ ਹਾਲ ਹੈ, ਸਾਰੇ ਧਰਮਾਂ ਦਾ ਇਹੀ ਹਾਲ ਹੈ। ਜਦੋਂ ਅਸੀਂ ਧਰਮ ਤੋਂ ਥੜਕ ਜਾਂਦੇ ਹਾਂ, ਸਾਡਾ ਈਮਾਨ ਹਿੱਲ ਜਾਂਦਾ ਹੈ, ਅਸੀਂ ਗੁਰੂ ਤੋਂ ਵੱਡਾ ਬਣਨਾ ਚਾਹੁੰਦੇ ਹਾਂ। ਜੋ ਜੋ ਜਗਤ ਮੈਂ ਪਿਆ ਸਿਆਣਾ, ਤਿੰਨ ਤਿੰਨ ਆਪਣਾ ਰਾਹ ਚਲਾਣਾ, ਫਿਰ ਉਹ ਬਹੁਤ ਗਹਿਰੀ ਖੱਡ ਜਾ ਡਿੱਗਦਾ ਹੈ। ਦੇਖਦੇ ਹੀ ਆਪਾਂ ਅੱਜ ਕੀ ਹੋ ਰਿਹਾ ਸੰਸਾਰ। ਬੜੇ ਬੜੇ ਧਰਮਾਤਮਾ ਵਿਚਾਰੇ ਜੇਲ੍ਹ 'ਚ ਬੈਠੇ ਆਪਦਾ ਜੀਵਨ ਖਰਾਬ ਕਰਕੇ, ਜਿਹੜੇ ਉਹਦੇ ਪਿੱਛੇ ਲੱਗੇ ਉਹ ਵੀ ਡੁੱਬ ਗਏ। ਆਪ ਡੁੱਬੇ ਚੌਬੇਦ ਮੇ ਚੇਲੇ ਦੀ ਇਹ ਬਹਾਏ, ਆਪ ਨਹੀਂ ਸਮਝੀ ਗੱਲ। ਭੇਦਭਾਵ ਗਿਆਨ, ਵੱਡੇ ਬਣ ਗਏ, ਵੱਡਾ ਨਹੀਂ ਬਣਨਾ, ਨੀਵਾਂ ਹੋਣਾ ਆਪਾਂ। ਹੋਈ ਨਿਮਾਣਾ ਜਗ ਰਹੇ ਦਰਗੇ, ਮਾਣ ਨਿਮਾਣਾ ਪਾਵੇ। ਇੱਥੇ ਆਪਾਂ ਨੂੰ ਸਤਿਗੁਰਾਂ ਨੇ ਪੰਡਤ ਬਾਰੇ ਸਮਝਾਇਆ, ਅਸੀਂ ਸਰੀਰ ਕਰਕੇ ਪੂਰਨ ਹੋ ਜਾਂਦੇ। ਇੱਥੇ ਸਤਿਗੁਰ ਸਮਝਾਉਂਦੇ ਆਤਮਾ ਕਰਕੇ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਬੀਜ ਮੰਤਰ ਸਰਵ ਕੋ ਗਿਆਨ, ਚੌ ਵਰਨਾ ਮੈਂ ਜਪੇ ਕੋ ਨਾਮ। ਕੋਈ ਵੀ ਜਪ ਸਕਦਾ ਚੌ ਵਰਨਾ ਦੇ ਵਿੱਚ, ਸਾਰਿਆਂ ਨੂੰ ਆਤਮ ਉਪਦੇਸ਼ ਹੈ ਭਾਈ। ਅਸੀਂ ਬੀਜ ਰੂਪ ਹੋ ਗਏ ਹਾਂ। ਇਹ ਮੰਤਰ ਵਿਧੀ ਹੈ। ਜਿਵੇਂ ਬੀਜ ਨੂੰ ਗਿਆਨ ਕੌਣ ਦਿੰਦਾ ਹੈ? ਹੁਕਮ ਦਿੰਦਾ ਹੈ। ਸਰਵ ਵਿਆਪੀ ਆ ਉਹ ਗੁਰੂ ਹੈ, ਸਾਰਿਆਂ ਨੂੰ ਗਿਆਨ ਉਹੀ ਦਿੰਦਾ, ਜਾਨਵਰਾਂ ਨੂੰ ਵੀ ਉਹੀ ਦਿੰਦਾ, ਚਾਰੇ ਖਾਣੀਆਂ ਨੂੰ ਉਹੀ ਦਿੰਦਾ। ਅਸੀਂ ਗੁਰੂ ਕਿਵੇਂ ਹੋ ਗਏ? ਸਾਨੂੰ ਗਿਆਨ ਨਹੀਂ ਹੁੰਦਾ, ਇਸ ਕਰਕੇ ਅਸੀਂ ਬਾਦ ਵਿਵਾਦ 'ਚ ਫਸੇ ਰਹਿੰਦੇ ਹਾਂ। ਆਦਿ ਅੰਤ ਏਕੇ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਸਾਰਿਆਂ ਦਾ ਗੁਰੂ ਇੱਕ ਹੀ ਹੈ, ਪਰਮੇਸ਼ਰ। ਉਦਾਦ ਕਿਸੇ ਨੂੰ ਨਹੀਂ ਪਤਾ ਹੈਗਾ, ਉਹ ਜੰਮਣ ਮਰਨ ਤੋਂ ਪਰੇ ਹੈ। ਉਹਦਾ ਤਾਂ ਆਪਾਂ ਦਰਸ਼ਨ ਕਰਨ ਆਏ ਹਾਂ। ਉਹਦਾ ਦਰਸ਼ਨ ਕਿਹਨੇ ਕਰਨਾ? ਬੁੱਧੀ ਨੇ। ਉਹੀ ਤਾਂ ਨਾਮ ਹੈ, ਉਹੀ ਤਾਂ ਧੁਰ ਕੀ ਬਾਣੀ ਹੈ। ਪਰ ਸਾਡਾ ਸੰਸਾਰ ਤੋਂ ਹਲੇ ਖਹਿੜਾ ਨਹੀਂ ਛੁੱਟਿਆ, ਭਗਤ ਅਸੀਂ ਪਹਿਲਾਂ ਬਣ ਜਾਂਦੇ। ਹਾਲੇ ਤਾਂ ਸਾਡੇ ਤੋਂ ਸੰਸਾਰ ਦਾ ਛੁਟਕਾਰਾ ਹੀ ਨਹੀਂ ਹੋਇਆ। ਮ੍ਰਿਤ ਲੋਕ 'ਚ ਬੈਠੇ ਹਾਂ, ਮਰਨ ਲਿਖਾਏ ਮੰਡਲ ਮੇ ਆਏ। ਜੋ ਜੋ ਜਪੇ ਤਿਸ ਕੀ ਗਤ ਹੋਏ, ਸਾਧ ਸੰਗ ਪਾਵੇ ਜਨ ਕੋਈ। ਕੋਈ ਪਾਉਂਦੇ ਆ ਭਾਈ ਗੁਰਸਿੱਖ, ਜਿਹੜੇ ਗੁਰਸ਼ਬਦ ਦੀ ਕਮਾਈ ਕਰਦੇ ਨੇ, ਉਹ ਸਾਧ ਸੰਗਤ ਦੀ ਪ੍ਰਾਪਤੀ ਕਰਦੇ ਆ, ਗੁਰਸ਼ਬਦ ਦੀ। ਮਨ ਨੂੰ ਸਾਧ ਲੈਂਦੇ ਆ, ਮਨ ਉਹਨਾਂ ਦੀ ਬੁੱਧੀ ਜਿੱਤ ਕੇ ਆਪਦੇ ਮੂਲ ਹੱਥ ਸਮਾ ਜਾਂਦੀ। ਆਤਮਾ ਪ੍ਰਾਤਮਾ ਇੱਕੋ ਕਰੇ, ਅੰਤਰ ਕੀ ਦੁਵਿਧਾ। ਅੰਤਰ ਮਰੇ ਦੁਵਿਧਾ, ਸੰਸਾਰ ਹੁੰਦਾ ਖਤਮ ਹੋ ਜਾਂਦਾ, ਇੱਕ ਹੋ ਜਾਂਦੇ ਨੇ। ਫਿਰ ਇੱਕ ਹੋਏ ਤਾਂ ਅੱਗੇ ਤੋਂ ਭਾਵ ਹੈ, ਫਿਰ ਉਹਦੇ ਵਿੱਚ ਨਾਮ ਪ੍ਰਗਟ ਹੁੰਦਾ ਹੈ, ਫਿਰ ਸਾਨੂੰ ਸੁਣਦਾ। ਨਾਮ ਤਾਂ ਸਾਰਿਆਂ ਦੇ ਅੰਦਰ ਹੀ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਵਿਸਰਾਮ। ਪਰ ਸਾਡੇ ਵਿਕਾਰਾਂ ਦਾ ਰੌਲਾ ਪੈ ਰਿਹਾ, ਸਾਡਾ ਮਾਇਆ ਤੋਂ ਛੁਟਕਾਰਾ ਨਹੀਂ ਹੋਇਆ, ਕਿਵੇਂ ਸੁਣਿਆ ਜਾਊਗਾ? ਫਿਰ ਵੀ ਬਹੁਤ ਝੂਠ ਬੋਲਿਆ ਗਿਆ ਵੀ ਸਾਨੂੰ ਸਿੱਧਾ ਸੁਣਦਾ ਵਾ। ਚਲੋ ਆਪਣਾ ਪੇਸ਼ਾ ਨਹੀਂ, ਉਹ ਤਾਂ ਸਮਝਣਾ ਸੀ ਆਪਾਂ ਨੂੰ ਕੋਈ ਇੰਨਾ ਟਾਈਮ ਹੀ ਨਹੀਂ ਹੈਗਾ। ਆਪਾਂ ਗੁਰੂ ਦੇ ਚਰਨ ਨਾਲ ਲੱਗ ਕੇ ਆਪਾਂ ਇਹ ਪ੍ਰਾਪਤੀ ਕਰਨੀ ਹੈ। ਸਤਿਗੁਰ ਸਮਝਾਉਂਦੇ ਨੇ, ਸਾਧ ਸੰਗ ਪਾਵੇ ਜਨ ਕੋਈ।
ਕਿ ਸਤਿਗੁਰ ਕੀ ਸਮਝਾਉਂਦੇ ਆ, ਕਰ ਕਿਰਪਾ ਅੰਤਰ ਉਰ ਧਾਰੇ, ਪਸ ਪ੍ਰੇਤ ਮੁਗਤ ਪਾਥਰ ਕੋ ਤਾਰੇ। ਐਸੀ ਮੱਤ ਹੈ ਗੁਰਮਤਿ ਪਾਈ, ਜਿਹਦੇ ਅੰਦਰ ਵਸ ਜਾਂਦੀ ਹੈ, ਜਿਹਦੇ ਅੰਦਰ ਇਹ ਪ੍ਰਗਟ ਹੋ ਜਾਂਦੀ ਹੈ, ਗੁਰਸਾਖੀ ਜੋਤ ਪ੍ਰਗਟ ਹੋਏ। ਸਲੋਕ ਦਾ ਵੀ ਸਾਰ ਇਹੀ ਹੈ ਭਾਈ। ਔਰ ਧਾਰੇ ਜੋ ਅੰਤਰ ਨਾਮ ਸਰਬ ਮੇ ਪੇਖੇ, ਜਿਹੜੇ ਨਾਮ ਦੇ ਨਾਲ ਬੰਨ੍ਹ ਲੈਂਦੇ ਆਪਦੇ ਆਪ ਨੂੰ, ਭਾਣੇ 'ਚ ਰਹਿੰਦੇ ਨੇ, ਉਹ ਦੂਏ ਨੂੰ ਤਾਰ ਸਕਦੇ ਨੇ। ਪਸ਼ੂ ਵਰਗੀ ਬੁੱਧੀ। ਪ੍ਰੇਤ ਕੀ ਹੁੰਦਾ? ਮੋਹ ਮਾਇਆ ਪ੍ਰੇਤ, ਹੋਰ ਨਹੀਂ ਕੋਈ ਪ੍ਰੇਤ ਹੁੰਦਾ। ਆਪਾਂ ਕਹਿੰਦੇ ਨਹੀਂ ਪ੍ਰੇਤ ਬਣਿਆ ਬੈਠਾ ਵਾ, ਮਾਇਆ 'ਤੇ ਦਿੰਦਾ ਨਹੀਂ ਕਿਸੇ ਨੂੰ, ਸੁਭਾਅ ਆ ਮਨ ਦਾ, ਉਹਨੂੰ ਪ੍ਰੇਤ ਕਿਹਾ। ਮੁਗਤ ਪੁੱਠੀ ਗੱਲ, ਸਿੱਧੀ ਗੱਲ ਨੂੰ ਪੁੱਠੀ ਗੱਲ ਮੰਨਣ ਵਾਲਾ। ਪੱਥਰ ਵਰਗਾ ਸੁਭਾਅ, ਜਿਹਦੇ ਭਿੱਜਦਾ ਹੀ ਨਹੀਂ ਹੈਗਾ। ਪਰ ਇਹ ਤਾਂ ਤਾਰ ਦਿੰਦੀ ਹੈ ਬਾਣੀ। ਸਤਿਗੁਰ ਤਾਂ ਵਚਨ ਕਰਦੇ ਨੇ, ਪਸ ਪ੍ਰੇਤ ਮੁਗਤ ਪਾਥਰ ਕੋ ਤਾਰੇ। ਕਦੇ ਵੀ ਆਪਾਂ ਇਹ ਵਹਿਮ ਨਹੀਂ ਕਰਨਾ ਵੀ ਸਾਨੂੰ ਨਹੀਂ ਪ੍ਰਾਪਤੀ ਹੋ ਸਕਦੀ। ਹੋਊਗੀ ਭਾਈ, ਪਰ ਅਸੀਂ ਲੱਗੇ ਰਹਿਣਾ ਗੁਰੂ ਦੇ ਚਰਨਾਂ ਨਾਲ। ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ। ਅਸੀਂ ਕਹੀ ਜਾਂਦੇ ਹਾਂ ਸਾਰੀ ਬਿਮਾਰੀਆਂ ਦਾ ਇਲਾਜ ਨਾਮ ਆ, ਪਰ ਕਰਦੇ ਤਾਂ ਹੈ ਨਹੀਂ ਪ੍ਰਾਪਤੀ ਉਹਦੀ। ਬਿਨ ਤੁਧ ਜੇ ਹੋਰ ਮੰਗਣਾ, ਸਿਰ ਦੁੱਖਾਂ ਕੇ ਦੁੱਖ। ਮੰਗਤੇ ਤਾਂ ਅਸੀਂ ਦੁੱਖ ਹੈ, ਸਤਿਗੁਰ ਦੇ ਵਚਨ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਵਿਚਾਰਿਆ, ਉਹਦੀ ਗਹਿਰਾਈ ਨੂੰ ਜਾਣਿਆ ਨਹੀਂ ਵੀ ਕੀ ਸਮਝਾਉਂਦੇ ਸਤਿਗੁਰ। ਉਹ ਕਹਿੰਦੇ ਭਾਈ ਮੰਗ ਤਾਂ ਤੁਸੀਂ ਦੁੱਖ ਰਹੇ, ਸੁੱਖ ਕਿੱਥੋਂ ਆ ਜਾਊਗਾ? ਯਤਨ ਬਹੁਤ ਸੁੱਕੇ ਕਿ ਆਪਦੀ ਮੱਤ ਨਾਲ ਸੁੱਖ ਦਾ ਯਤਨ ਕਰਦੇ ਹੋ, ਪਰ ਦੁੱਖ ਫੇਰ ਆ ਜਾਂਦਾ ਹੈ। ਦੇ ਨਾਮ ਸੰਤੋਖੀ ਉਤਰੀ ਮਨ ਕੀ ਭੁੱਖ। ਮਨ ਦੀ ਭੁੱਖ ਨਾਮ ਹੈ ਭਾਈ, ਫਿਰ ਸੰਤੋਖ ਆਊ ਇਹ ਗਿਆਨ ਨਾਲ। ਸਾਰੀ ਬਿਮਾਰੀਆਂ ਦਾ ਇਲਾਜ ਕੀ ਹੈ? ਨਾਮ। ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ। ਕਲਿਆਣ ਹੋ ਜਾਣਾ, ਜੀਵ ਆਤਮਾ ਆਪਦੇ ਮੂਲ ਸਮਾ ਜਾਂਦੀ ਹੈ, ਉਹ ਮੰਗਲ ਗਾਉਂਦੀ ਹੈ। ਮੰਗਲ ਹੁੰਦਾ ਗੁਣ ਗਾਉਣੇ। ਉਹੀ ਤਾਂ ਅਪਰਸ ਨੇ, ਕਰੋੜਾਂ 'ਚੋਂ ਕੋਈ ਹੁੰਦਾ। ਆਪਾਂ ਰਹਿ ਰਸ ਵੀ ਰੋਜ਼ ਪੜ੍ਹਦੇ ਹਾਂ, ਜਗ ਮੇ ਉਤਮ ਕਾਢੀਏ ਬਿਰਲੇ ਕਈ ਕੇ। ਕਾਹੂ ਜੁਗਤ ਕਿਤੇ ਨਾ ਪਾਈਏ ਧਰਮ, ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ। ਤੁਰ ਕਰਮ ਭਾਵ ਹਿਰਦੇ 'ਚੋਂ ਪ੍ਰਾਪਤ ਹੁੰਦਾ, ਬਾਹਰੋਂ ਤਾਂ ਅਸੀਂ ਸੁਣਨਾ। ਨਾਮ ਸਾਨੂੰ ਅੰਦਰੋਂ ਹੀ ਪ੍ਰਾਪਤ ਸੁਣਨਾ, ਅੰਦਰੋਂ ਹੀ ਸੁਣਨਾ ਸਾਣਾ। ਬਿਨ ਕੰਨੀ ਸੁਣਨਾ, ਬਿਨ ਅੱਖੀਂ ਦੇਖਣਾ, ਬਿਨ ਪੈਰੀ ਚੱਲਣਾ, ਬਿਨ ਜੀਭੇ ਬੋਲਣਾ। ਸਾਰਾ ਕਿਉਂ ਕਿਹਾ? ਗੁਰੂ ਸਾਹਿਬ ਨੇ ਸਿੱਧਾ ਨੂੰ ਸਮਝਾਇਆ। ਉਹ ਅੰਦਰੋਂ ਹੀ ਸਾਨੂੰ ਪ੍ਰਾਪਤ ਹੋਣਾ, ਬਾਹਰੋਂ ਸੁਣ ਕੇ ਅਸੀਂ ਅੰਦਰ ਜਾਣਾ। ਇੱਕ ਤਾਂ ਬਾਣੀ ਗਿਆਨ ਆਪਾਂ ਨੂੰ ਕਰਾਉਂਦੀ ਹੈ, ਫਿਰ ਗਿਆਨ ਹੀ ਧਿਆਨ ਬਣ ਜਾਂਦਾ। ਆਪਾਂ ਧਿਆਨ ਦੁਨੀ ਚਲੀ ਜਾਂਦੇ। ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲੋ ਸੰਸਾਰੀ ਮਸਕਤ 'ਚੋਂ, ਜੰਮਣ ਮਰਨ 'ਚੋਂ ਉਹਦਾ ਛੁਟਕਾਰਾ ਹੋ ਜਾਂਦਾ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਜਿਸਕੇ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮ ਦਾ। ਸੱਚਾ ਰਾਮ ਦਾ ਦਾਸ ਹੈ ਭਾਈ ਉਹ, ਆਪਦੇ ਮੂਲ ਦਾ। ਕਿ ਉਹਦੇ ਮਨ ਦੇ ਵਿੱਚ ਕਿਹਦਾ ਵਾਸਾ ਹੋ ਗਿਆ? ਹੁਕਮ ਦਾ ਵਾਸਾ ਹੋ ਗਿਆ। ਉਹ ਭਾਣੇ 'ਚ ਆ ਗਿਆ, ਉਹਦਾ ਮਨ ਬੁੱਧੀ ਇੱਕ ਹੋ ਗਏ, ਭਾਣੇ 'ਚ ਆ ਗਏ, ਉਹਦੀ ਭਗਤੀ ਸ਼ੁਰੂ ਹੋ ਗਈ। ਉਹੀ ਤਾਂ ਜਸ ਕਰਦੇ ਨੇ। ਆਤਮ ਰਾਮ ਤਿਸ ਨਦਰੀ ਆਇਆ, ਦਾਸ ਦਸਤਨ ਭਾਏ ਤਿਨ ਪਾਇਆ। ਦਾਸਾਂ ਦਾ ਵੀ ਦਾਸ ਬਣਦਾ। ਇਹ ਦਾਸਾਂ ਦਾ ਮਾਰਗ ਹੈ ਭਾਈ। ਇਹ ਅਵਸਥਾ ਤਾਂ ਆਪਾਂ ਨੂੰ ਨਹੀਂ ਪ੍ਰਾਪਤ ਹੋ ਸਕਦੀ, ਪਰ ਦਾਸਾਂ ਦੇ ਦਾਸ ਬਣ ਕੇ ਆਪਾਂ ਰਹਿਣਾ, ਨੀਵੇਂ ਹੋ ਕੇ ਰਹਿਣਾ। ਹੋਈ ਨਿਵਾਣਾ ਜਗ ਰੇ, ਪਿੱਛੇ ਵਿਚਾਰ ਕੀਤਾ, ਦਰਗੇ ਮਾਣ ਨਿਵਾਣਾ ਪਾਵੇ, ਤਾਂ ਦਰਗਾਹ ਸਾਨੂੰ ਜਗ੍ਹਾ ਮਿਲਣੀ ਆ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗੇ ਪ੍ਰਵਾਨ। ਉਹ ਫਿਰ ਜਿਹੜੇ ਗੁਰਸਿੱਖ ਹੁੰਦੇ ਨੇ, ਪਰਸ ਹੁੰਦੇ ਨੇ, ਉਹ ਵੈਸ਼ਨੂੰ ਹੁੰਦੇ ਨੇ, ਉਹ ਪੰਡਤ ਹੁੰਦੇ ਨੇ, ਉਹ ਨਿਕਟ ਜਾਣਦੇ ਨੇ, ਹਰੀ ਨੂੰ ਆਪਦੇ ਦਰਸ਼ਨ ਕਰ ਲੈਂਦੇ ਨੇ ਭਾਈ। ਹੁਣ ਅਸੀਂ ਦੂਰ ਹੈ ਸੋਚ ਕਰਕੇ, ਹਰ ਦੂਰ ਨਹੀਂ ਹੈਗਾ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਉਹ ਤਾਂ ਨਾਲ ਹੀ ਹੈ। ਉਹਦੀ ਕਿਰਪਾ ਨਾਲ ਸਾਡਾ ਹਾਰਟ ਚੱਲਦਾ, ਸਾਹ ਚੱਲਦਾ। ਦੂਰ ਕੀ ਅਸੀਂ ਸੋਚ ਕਰਕੇ, ਬਾਹਰ ਲੱਭਦੇ ਆ ਨਾ। ਸਭ ਹੂੰ ਤੇ ਨੇੜੇ, ਬਹੁਤ ਨੇੜੇ ਆ। ਸਭ ਹੂੰ ਤੇ ਦੂਰ, ਸਭ ਤੇ ਦੂਰ ਬਣਿਆ ਰਹਿੰਦਾ। ਜਦੋਂ ਬਾਹਰ ਲੱਭਦੇ, ਬਾਹਰ ਹੈ ਨਹੀਂ, ਸਾਨੂੰ ਲੱਭਦਾ ਨਹੀਂ, ਦੂਰ ਬਣਿਆ ਰਹਿੰਦਾ ਵਾ। ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗੇ ਪ੍ਰਵਾਨ। ਜਿਹੜੇ ਨਿਕਟ ਦੇਖ ਲੈਂਦੇ, ਦਰਸ਼ਨ ਕਰ ਲੈਂਦੇ, ਉਹ ਦਰਗਾਹ 'ਚ ਪ੍ਰਵਾਨ ਹੋ ਜਾਂਦੇ, ਉਹਨਾਂ ਦੀ ਭਗਤੀ ਸ਼ੁਰੂ ਹੋ ਜਾਂਦੀ ਹੈ ਭਾਈ। ਉਹੀ ਤਾਂ ਭਗਤ ਨੇ। ਆਪਣੇ ਦਾਸ ਕੋ ਆਪ ਕਿਰਪਾ ਕਰੇ, ਤਿਸ ਦਾਸ ਕੋ ਸਭ ਸੋਝੀ ਪਰੇ। ਦੁਆ ਕਿਵੇਂ ਸੋਝੀ ਕੋਈ ਦੇ ਸਕਦਾ ਭਾਈ? ਆਪ ਹੀ ਕਿਰਪਾ ਕਰਦਾ ਉਹ। ਸਗਲ ਸੰਗ ਆਤਮ ਉਦਾਸ, ਐਸੀ ਜੁਗਤ ਨਾਨਕ ਰਾਮਦਾਸ। ਕੈਸਾ ਹੁੰਦਾ ਹੈ ਭਾਈ? ਸੰਸਾਰ 'ਚ ਉਹਦਾ ਨਹੀਂ ਪਤਾ ਲੱਗਦਾ। ਸਾਰਿਆਂ 'ਚ ਰਹਿੰਦਾ ਹੋਇਆ ਵੀ ਆਪਦਾ ਆਤਮਾ ਉਹਦੀ ਆਪਦੇ ਮੂਲ ਨਾਲ ਜੁੜੀ ਰਹਿੰਦੀ ਹੈ, ਉਹਦਾ ਦਾਸ ਬਣ ਕੇ ਰਹਿੰਦੀ ਹੈ। ਐਸੀ ਜੁਗਤੀ ਹੁੰਦੀ ਹੈ ਉਹਦੇ ਕੋਲੇ, ਪਤਾ ਨਹੀਂ ਲੱਗਣ ਦਿੰਦਾ। ਬਾਬਾ ਫਰੀਦ ਜੀ ਦਾ ਆਪਾਂ ਸਲੋਕ ਲਈਏ, ਉਹਨਾਂ ਨੂੰ ਵੀ ਕਿਸੇ ਨੇ ਇਹ ਵਿਚਾਰ ਕਰ ਸਵਾਲ ਕੀਤਾ ਵੀ ਤੁਸੀਂ ਨੇੜੇ ਹੁੰਦੇ ਵੀ ਤੁਹਾਡਾ ਪਤਾ ਨਹੀਂ ਲੱਗਦਾ। ਸਾਵਰ ਅੰਦਰ ਸਾਵਰੀ ਇਹ ਮੇ ਰਹਿਣ, ਹੋਣ ਜੀ ਖੁਦਾ ਦੇ ਭੇਤ ਨਾ ਕਿਸੇ ਦੇਣ। ਕਿਹਨੂੰ ਦੇਣਾ ਭੇਤ ਭਾਈ? ਅਸੀਂ ਤਾਂ ਅੰਨਾ, ਸੰਸਾਰ ਅੰਨਾ ਹੈ। ਅੰਨਿਆਂ ਨੂੰ ਤਾਂ ਦਿੰਦਾ ਹੀ ਨਹੀਂ ਪਰਲੋਕ। ਸਾਰੀ ਇਹ ਕਹਿੰਦੇ ਨੇ ਸਤਿਯੁਗ ਚੱਲਿਆ ਗਿਆ ਜੀ। ਇਹ ਸਤਿਯੁਗ ਤਾਂ ਚਲਾ ਰਿਹਾ ਭਾਈ ਸਾਰੀ ਸ੍ਰਿਸ਼ਟੀ ਨੂੰ। ਕੌਣ ਚਲਾ ਰਿਹਾ ਵਾ? ਸੱਚਖੰਡ ਹੀ ਚਲਾ ਰਿਹਾ। ਸੱਚਖੰਡ ਬਸੇ ਨਿਰੰਕਾਰ, ਕਰ ਕਰ ਵੇਖੇ ਨਜ਼ਰ ਨਿਹਾਲ, ਤਿਥੇ ਖੰਡ ਮੰਡਲ ਪ੍ਰਪੰਡ, ਜੇ ਕੋ ਕਥੇ ਤਾਂਤ ਨਾ। ਜੀ ਉਹਦੇ ਬਾਰੇ ਕੋਈ ਵਿਚਾਰ ਵੀ ਕਰੂ ਨਹੀਂ ਦੱਸ ਸਕਦਾ ਵਾ, ਕਿਉਂਕਿ ਉਹ ਨਿਰਾਕਾਰ ਭਾਵ ਆਕਾਰ ਤੋਂ ਰਹਿ ਦੁਨੀਆ ਵਾ। ਇਹ ਮ੍ਰਿਤ ਲੋਕ ਹੈ, ਜੋ ਉਪਜੈ ਸੋ ਬਿਨਸੈ।
ਇਹਦੇ ਨਾਲ ਕਿਵੇਂ ਆਪਾਂ ਮਿਲ ਕੇ ਦਿਖਾਵਾਂਗੇ? ਇਹ ਸੰਸਾਰੀ ਪ੍ਰਮਾਣ ਤਾਂ ਸਾਨੂੰ ਸਮਝਣ ਖਾਤਰ ਦਿੱਤੇ ਹੋਏ ਨੇ। ਕੈਸੇ ਹੁੰਦੇ ਨੇ ਉਹ ਦਾਸ, ਉਹ ਸੇਵਕ, ਸਗਲ ਸੰਗ ਆਤਮ ਉਦਾਸ, ਸਾਰਿਆਂ ਵਿੱਚ ਰਹਿੰਦੇ ਕੰਮਕਾਰ ਕਰਦੇ ਹੋਏ ਪਤਾ ਨਹੀਂ ਲੱਗਣ ਦਿੰਦੇ, ਉਹਦੇ ਨਾਲ ਜੁੜੇ ਰਹਿੰਦੇ ਨੇ। ਐਸੀ ਜੁਗਤ ਨਾਨਕ ਰਾਮ ਦਾ ਸੁਣ, ਕੋਈ ਜੁਗਤੀ ਹੁੰਦੀ ਹੈ, ਵਿਧੀ ਹੁੰਦੀ ਹੈ ਭਾਈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਪ੍ਰਭ ਕੀ ਆਗਿਆ ਆਤਮ ਹਿਤਾਵੇ, ਜੀਵਨ ਮੁਕਤ ਸਹੁ ਕਹਾਵੇ। ਜਿਹੜੇ ਗੁਰਸਿੱਖ ਗੁਰਸ਼ਬਦ ਦੀ ਕਮਾਈ ਕਰਕੇ ਜਿਹਨਾਂ ਦਾ ਮਨ ਭਾਣੇ 'ਚ ਆ ਜਾਂਦਾ ਹੈ, ਉਹਨਾਂ ਨੂੰ ਬਾਣੀ ਮੁਕਤ ਕਹਿੰਦੀ ਹੈ, ਉਹ ਮੁਕਤ ਹੋ ਜਾਂਦੇ ਨੇ। ਤੈਸਾ ਹਰਖ ਤੈਸਾ ਉਹ ਸੋਗ, ਸਦਾ ਅਨੰਤ ਨਹੀਂ ਵਿਯੋਗ। ਉਹਦੇ ਅੰਦਰ ਵਿਯੋਗ ਹੁੰਦਾ ਹੀ ਨਹੀਂ। ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ। ਉੱਥੇ ਨਾ ਕੋਈ ਜੰਮਣ ਮਰਨਾ ਅਤੇ ਵਿਯੋਗ ਹੀ ਨਹੀਂ ਕੋਈ ਉੱਥੇ, ਉਹਦੇ ਖੁਸ਼ੀਆਂ ਹੀ ਰਹਿੰਦੀਆਂ ਨੇ। ਉਹ ਅਵਸਥਾ ਵਾਲੀ ਉੱਥੇ ਰਹਿੰਦੇ ਨੇ। ਆਪਾਂ ਵੀ ਇਹ ਅਵਸਥਾ ਪ੍ਰਾਪਤ ਕਰਨੀ ਹੈ। ਅੱਗੇ ਸਤਿਗੁਰ ਸਮਝਾਉਂਦੇ ਆ, ਤੈਸਾ ਹਰਖ ਤੈਸਾ ਉਹ ਸੋਗ, ਸਦਾ ਅਨੰਤ ਨਹੀਂ ਵਿਯੋਗ। ਖੁਸ਼ੀ ਗਮੀ ਬਰਾਬਰ। ਤੈਸਾ ਸਵਰ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵਿਖਾਟੀ। ਸੋਨਾ ਮਿੱਟੀ ਬਰਾਬਰ। ਅੰਮ੍ਰਿਤ ਵਿਖਿਆ ਏਕ ਹੈ, ਬੂਝੇ ਪੁਰਖ ਸਜਾਣ, ਉਹ ਜਾਣ ਲੈਂਦੇ ਨੇ ਆਤਮਾ ਦਾ ਅੰਮ੍ਰਿਤ ਕੀ ਹੈ। ਜਿਹੜੇ ਸੰਸਾਰੀ ਬਾਣੀ ਅੰਮ੍ਰਿਤ ਕਿਹਾ, ਜੈ ਪ੍ਰਸਾ ਸੱਤੀ ਅੰਮ੍ਰਿਤ ਖਾਏ, ਉਹ ਸਰੀਰ ਕਰਕੇ ਨਹੀਂ, ਉਹ ਸਮਝ ਲੈਂਦੇ ਨੇ। ਤੈਸਾ ਮਾਨ ਤੈਸਾ ਵਮਾਨ, ਤੈਸਾ ਰੰਕ ਤੈਸਾ ਰਜਾਨ। ਮਾਨ ਕਰਤਾ ਤਾਂ ਕੋਈ ਫਰਕ ਨਹੀਂ ਕਿਸੇ ਨੇ, ਆਹਵਾਨ ਕਰਤਾ ਤਾਂ ਉਹਨੂੰ ਕੋਈ ਫਰਕ ਨਹੀਂ ਪੈਂਦਾ। ਸਮਦ੍ਰਿਸ਼ਟੀ ਵਾਲੇ ਹੁੰਦੇ ਆ। ਗਰੀਬ ਆ ਗਿਆ ਤਾਂ ਉਹਨਾਂ ਨੂੰ ਕੋਈ ਮਹਿਸੂਸ ਨਹੀਂ ਹੁੰਦਾ, ਰਾਜਾ ਆਇਆ ਤਾਂ ਉਹ ਖੁਸ਼ੀ ਨਹੀਂ ਮਨਾਉਂਦੇ, ਉੱਠ ਕੇ ਨਹੀਂ ਮਿਲਦੇ। ਸਭ ਨੂੰ ਸਮਦ੍ਰਿਸ਼ਟੀ ਸਮਝਦੇ ਨੇ। ਜੋ ਵਰਤਾਏ ਸਾਈਂ ਜੁਗਤ, ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ। ਉਹ ਜੀਵਨ ਮੁਕਤ ਪੁਰਖ ਹੁੰਦੇ ਨੇ। ਕਿਉਂ? ਉਸ ਜੋ ਵਰਤਾਏ ਸਾਈਂ ਜੁਗਤ, ਉਹ ਸਾਈਂ ਦੀ ਜੁਗਤੀ ਵਿਧੀ ਨੂੰ ਜਾਣ ਲੈਂਦੇ ਵੀ ਸਾਰਾ ਕੁਛ ਤਾਂ ਹੁਕਮ 'ਚ ਹੋ ਰਿਹਾ। ਰਾਜਾ ਵੀ ਉਹਦਾ ਬਣਾਇਆ, ਭਿਖਾਰੀ ਵੀ ਉਹਦਾ ਬਣਾਇਆ ਹੋਇਆ। ਹਾਂ, ਅੱਗੇ ਸਤਿਗੁਰ ਕੀ ਸਮਝਾਉਂਦੇ ਨੇ? ਪਾਰ ਬ੍ਰਹਮ ਕੇ ਸਗਲੇ ਠਾਓ, ਜਿਤ ਕਰ ਰਾਖੇ ਤੈਸਾ ਨਾਉ। ਜਿੰਨੀ ਵੀ ਸ੍ਰਿਸ਼ਟੀ ਅਸੀਂ ਦੇਖਦੇ ਹਾਂ, ਚਾਰੇ ਖਾਣੀਆਂ ਕੁਦਰਤ ਨੇ ਪੈਦਾ ਕੀਤੀਆਂ, ਸਾਰੇ ਉਹਦੇ ਟਿਕਾਣੇ ਨੇ। ਜਿਹੋ ਜਿਹਾ ਵੀ ਕਿਸੇ ਜੀਵ ਨੂੰ ਸਰੀਰ ਦਿੱਤਾ, ਹੋ ਜਾਂ ਨੂੰ ਨਾਮ ਦਿੱਤਾ, ਉਹਦੀ ਪਹਿਚਾਣ ਖਾਤਰ। ਆਪੇ ਕਰਨ ਕਰਾਵਨ ਜੋਗ, ਪ੍ਰਭਾਵੇ ਸੋਈ ਫੁਨ ਹੋ। ਹੁੰਦਾ ਉਹੀ ਹੈ ਜੋ ਕੁਦਰਤ ਚਾਹੁੰਦੀ ਹੈ। ਫੁਨ ਤੋਂ ਪਾ ਫਿਰ ਹੁੰਦਾ ਉਹੀ ਹੈ। ਅਸੀਂ ਜੋ ਕਰਦੇ ਹਾਂ, ਕੁਦਰਤ ਕਰਾ ਲੈਂਦੇ ਤਾਂ ਕੁਛ ਵੀ ਕਰਾ ਲੈ, ਸਾਨੂੰ ਨਹੀਂ ਪਤਾ ਲੱਗਦਾ। ਪਸਰਿਓ ਆਪ ਹੋਏ ਅਨੰਤ ਤਰੰਗ, ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ। ਕਿਵੇਂ ਦੱਸਾਂਗੇ ਪਾਰ ਬ੍ਰਹਮ? ਕਿੰਨੀਆਂ ਵਿਧੀਆਂ ਨੇ ਸੰਸਾਰ ਉਹਨੇ ਪੈਦਾ ਕੀਤਾ ਵਾ। ਪਸਰਿਆ ਹੋਇਆ ਸਾਰਾ ਦੇਖੋ। ਕਈ ਵਾਰ ਪਸਰਿਓ ਪਸਾਰ ਸਦਾ ਸਦਾ, ਕਿਉਂਕਿ ਸਾਨੂੰ ਤਾਂ ਆਪਦਾ ਹੀ ਨਹੀਂ ਪਤਾ ਲੱਗਦਾ। ਪਰ ਫਿਰ ਵੀ ਅਸੀਂ ਆਪਦੀ ਮੱਤ ਦੇ ਨਾਲ ਅਰਥਾਉਂਦੇ ਹਾਂ, ਬੜੇ ਬੜੇ ਵਾਅਦੇ ਕਰਦੇ ਹਾਂ ਝੂਠੇ। ਨਹੀਂ ਭਾਈ, ਕੋਈ ਨਹੀਂ ਦੱਸ ਸਕਦਾ ਉਹਦੇ ਬਾਰੇ। ਜੈਸੀ ਮਤ ਦੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਵਿਨਾਸ਼। ਪਾਰ ਬ੍ਰਹਮ ਹੁਕਮ ਨਾਮ ਕਰਤਾ ਵਿਨਾਸ਼ ਹੈ, ਹਮੇਸ਼ਾ ਰਹਿੰਦਾ ਹੈ। ਪਰ ਜਿੱਥੇ ਕਿਸੇ ਨੂੰ ਮੱਤ ਮਿਲਦੀ ਹੈ, ਉਹ ਜਿਹਦੇ ਅੰਦਰ ਚਾਨਣ ਹੁੰਦਾ ਵਾ। ਸਦਾ 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 ਦਿਆਲ, ਸਿਮਰ ਸਿਮਰ ਨਾਨਕ ਪਏ ਨਿਹਾਲ। ਜਿਹੜੇ ਸਮਝਦੇ ਰਹਿੰਦੇ ਨੇ, ਸਿਮਰਨ ਤੋਂ ਪਾਸ ਜਪਦੇ ਰਹਿੰਦੇ ਨੇ, ਵਿਚਾਰਦੇ ਰਹਿੰਦੇ ਨੇ, ਉਹ ਨਿਹਾਲ ਹੋ ਜਾਂਦੇ ਨੇ। ਇੱਥੇ ਇਹ 9ਵੀਂ ਅਸ਼ਟਪਦੀ ਪੂਰੀ ਹੋ ਗਈ। ਸਾਰੇ ਪੱਖ ਆਪਾਂ ਨੂੰ ਸਤਿਗੁਰਾਂ ਨੇ ਸਮਝਾਏ। ਜਿੰਨੇ ਸਰੀਰ ਕਰਕੇ ਸੀ, ਉਹਨੂੰ ਆਪਾਂ ਨੂੰ ਨਿਖੇੜ ਕੇ ਉਹ ਨਿਰਾਕਾਰ ਦੁਨੀਆ ਬਾਰੇ ਸਮਝਾਇਆ। ਅਪਰਸ ਕੀ ਹੈ, ਵੈਸ਼ਨੋ ਕੀ ਹੈ, ਪੰਡਤ ਕੀ ਹੈ, ਭਗਉਤੀ ਕੀ ਹੈ। ਆਪਾਂ ਇਹ ਕਮਾਈ ਕਰਨੀ ਹੈ। ਸਰੀਰ ਦੇ ਨਾਲ ਸਾਨੂੰ ਹੰਕਾਰ ਪੈਦਾ ਹੁੰਦਾ ਵਾ, ਇਹ ਤੋਂ ਆਪਾਂ ਅੱਗੇ ਚੱਲਣਾ ਵਾ। ਸਤਿਗੁਰਾਂ ਨੇ ਵੀ ਚਾਰੇ ਦਾਸੀਆਂ ਵਿੱਚ ਸਤਿਗੁਰਾਂ ਨੇ ਵੀ ਸਾਰੇ ਸੰਸਾਰ ਨੂੰ ਸਮਝਾਇਆ ਵੀ ਅੱਗੇ ਚੱਲਣਾ ਭਾਈ, ਇੱਥੇ ਰੁਕਣਾ ਨਹੀਂ ਹਲੇ। ਆਓ ਸਾਰੇ ਮਿਲ ਕੇ ਆਪਾਂ ਇਹਨੂੰ ਵਿਚਾਰੀਏ, ਜੋ ਗਿਆਨ ਪੈਦਾ ਹੋਊਗਾ। ਗਿਆਨ ਨਾਲ ਫਿਰ ਸਾਨੂੰ ਸਾਰੀ ਖੇਲ ਸਮਝ ਆਊਗੀ। ਫਿਰ ਸਾਡੀ ਅਰਦਾਸ ਬਿਰਥੀ ਨਾ ਹੋਏ ਜਨ ਕੀ ਅਰਦਾਸ। ਫਿਰ ਨਾਮ ਦੀ ਅਰਦਾਸ ਹੋਊਗੀ। ਉਹ ਅਪਾਰ ਪ੍ਰੀਤਮ ਦਾ ਦਰਸ਼ਨ ਹੋਊਗਾ। ਆਪਾਂ ਵੀ ਇਹ ਪ੍ਰਾਪਤੀ ਕਰਨੀ ਆ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ। ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।